सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸੋਧ ਬਿੱਲ ਬੇਸ਼ੱਕ ਵਿਧਾਨ ਸਭਾ 'ਚ ਤਾਂ ਪਾਸ ਕਰ ਲਿਆ ਔਰ ਰਾਜਪਾਲ ਨੂੰ ਵੀ ਭੇਜ ਦਿੱਤਾ, ਪਰ ਰਾਜਪਾਲ ਦੇ ਕੋਲ ਵੀ ਰੁਕਿਆ ਹੋਇਆ ਤੇ ਦੂਸਰੇ ਪਾਸੇ ਜਿਹੜੇ ਅਕਾਲੀ ਹਲਕਿਆਂ ਦੇ ਵਿੱਚ ਜਿਸ ਤਰ੍ਹਾਂ 2015 ਦੇ ਜਿਹੜਾ ਚੱਬੇਵਾਲ ਹੋਇਆ ਸੀਗਾ ਸਰਬੱਤ ਖਾਲਸਾ, ਉਹਦੇ ਵਿੱਚ ਜਿਹੜੇ ਮਤਵਾਦੀ ਜਥੇਦਾਰ ਐਲਾਨੇ ਗਏ ਸੀ, ਉਹਨਾਂ ਨੇ ਬੇਸ਼ੱਕ ਬੇਅਦਬੀ ਦੇ ਖਿਲਾਫ ਵੀ ਮੋਰਚਾ ਸ਼ੁਰੂ ਕੀਤਾ ਸੀ, ਤਾਂ ਉਹ ਵੀ ਮੋਰਚਾ ਜਿਹੜਾ ਸੀਗਾ ਉਹ ਵਿੱਚ ਰਹਿ ਗਿਆ ਸੀਗਾ। ਉਸਦੇ ਕੋਈ ਉਸ ਤਰ੍ਹਾਂ ਦੇ ਨਤੀਜੇ ਸਾਹਮਣੇ ਨਹੀਂ ਆਏ। ਤਾਂ ਹੁਣ ਵੀ ਦੁਬਾਰਾ ਫਿਰ ਜਿਹੜੇ ਮਤਵਾਦੀ ਜਥੇਦਾਰ ਹੈ ਭਾਈ ਧਿਆਨ ਸਿੰਘ ਮੰਡ, ਉਹ ਸਰਗਰਮ ਨੇ ਤੇ ਉਹਨਾਂ ਨੇ ਗੁਰਦੁਆਰਾ ਸੋਧ ਬਿੱਲ ਦੇ ਮਾਮਲੇ ਨੂੰ ਲੈ ਕੇ ਕਿ ਉਹ ਸਿੱਖਾਂ ਦੇ ਮਾਮਲਿਆਂ 'ਚ ਜਿਹੜਾ ਦਖਲ ਹੈ, ਉਸ ਦੇ ਉੱਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਤੇ ਪੇਸ਼ ਹੋਣ ਲਈ ਕਿਹਾ ਸੀ। ਪਹਿਲਾਂ ਇੱਕ ਵਾਰ ਬੁਲਾਇਆ, ਫਿਰ ਦੂਸਰੀ ਵਾਰ ਜਦੋਂ ਬੁਲਾਇਆ ਤਾਂ ਉਹਨਾਂ ਦੇ ਜਿਹੜੇ ਵਿਧਾਇਕ ਸੀਗੇ ਦੋ, ਬਕਾਇਦਾ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਆਣ ਕੇ ਕੋਈ ਸੁਨੇਹਾ ਜਿਹੜਾ ਮਤਵਾਦੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਦਿੱਤਾ। ਔਰ ਉਹ ਤੀਸਰੀ ਜਦੋਂ ਮੀਟਿੰਗ ਦੇ ਵਿੱਚ ਵੀ ਤਲਬ ਕੀਤੇ ਗਏ ਤਾਂ ਉੱਥੇ ਨਹੀਂ ਆਏ ਭਗਵੰਤ ਮਾਨ, ਤਾਂ ਉਹਨਾਂ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ 17-18 ਤਰੀਕ ਨੂੰ। ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਨਾਲ ਹੁਣ ਕੋਈ ਵੀ ਸੰਗਤ ਜਿਹੜਾ ਜਾਂ ਸਿੱਖ ਭਾਈਚਾਰਾ ਆਪਣਾ ਜਿਹੜਾ ਸੰਬੰਧ ਨਾ ਰੱਖੇ, ਭਾਵੇਂ ਕਿ ਦੂਸਰੇ ਪਾਸੇ ਇਸ ਗੱਲ ਤੇ ਵੀ ਚਰਚਾ ਜਿਹੜੀ ਹੁੰਦੀ ਹੈ, ਉੱਠਦੀ ਹੈ ਕਿ ਉਹ ਕੋਈ ਪੂਰਨ ਗੁਰਸਿੱਖ ਨਹੀਂ ਹੈ। ਤਾਂ ਉਸ ਦੇ ਜਵਾਬ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਕਿ ਉਹਨਾਂ ਦੀ ਦਾੜੀ ਕੱਟੀ ਹੋਈ ਆ, ਹੋਰ ਵੀ ਕਈ ਮਾਮਲੇ ਜਿਹੜੇ ਆ ਉਹਨਾਂ ਦੇ ਬਾਰੇ ਸਵਾਲ ਉਠਾਏ ਜਾਂਦੇ ਆ। ਤਾਂ ਇਹ ਜਿਹੜੀ ਸਾਰੀ ਸਥਿਤੀ ਪੈਦਾ ਹੋਈ ਹੈ, ਇਸ ਦੇ ਉੱਤੇ ਅਧਿਕਾਰਤ ਤੌਰ ਤੇ ਤਾਂ ਇਹ ਬਣਦਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਦੇ ਜਿਹੜੇ ਨਿਯੁਕਤ ਜਥੇਦਾਰ ਹੈ, ਬਕਾਇਦਾ ਇੱਕ ਪ੍ਰਕਿਰਿਆ ਦੇ ਰਾਹੀਂ ਨਿਯੁਕਤ ਕੀਤੇ ਗਏ ਸ਼੍ਰੋਮਣੀ ਕਮੇਟੀ ਵੱਲੋਂ, ਉਹ ਇਸ ਨੂੰ ਸਪਸ਼ਟ ਕਰਦੇ, ਇਸ ਦੇ ਉੱਤੇ ਆਪਣੀ ਗੱਲ ਕਹਿੰਦੇ। ਪਰ ਜਿਸ ਢੰਗ ਨਾਲ ਇਹ ਸਾਰਾ ਕੁਝ ਆਉਣਾ ਚਾਹੀਦਾ ਸੀ ਸਾਹਮਣੇ, ਉਹ ਨਹੀਂ ਆਇਆ। ਭਾਵੇਂ ਕਿ ਸ਼੍ਰੋਮਣੀ ਕਮੇਟੀ ਨੇ ਵੀ ਉਹ ਸੋਧ ਬਿੱਲ ਦਾ ਜਿਹੜਾ ਵਿਰੋਧ ਕੀਤਾ ਹੈਗਾ, ਤੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਹੈ ਗਿਆਨੀ ਰਘਬੀਰ ਸਿੰਘ, ਉਹਨਾਂ ਵੱਲੋਂ ਅਜੇ ਤੱਕ ਇਸ ਦੇ ਉੱਤੇ ਖੁੱਲ ਕੇ ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਗੱਲ ਆਉਣੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਅਕਾਲ ਤਖਤ ਹੈ ਤੇ ਜਿਸ ਦੀ ਸਿੱਖ ਭਾਈਚਾਰੇ ਵਿੱਚ ਬਹੁਤ ਉੱਚਾ ਸਥਾਨ ਹੈ ਸਾਰੇ ਸਿੱਖਾਂ ਦੇ ਮਨਾਂ ਵਿੱਚ, ਉਸ ਦੇ ਵੱਲੋਂ ਇਸ ਤੇ ਕੁਛ ਨਾ ਹੋਣਾ ਵੀ ਇੱਕ ਜਿਹੜਾ ਸਵਾਲ ਖੜੇ ਕਰਦਾ। ਤੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਹੋਰ ਵੀ ਸਿੱਖ ਸੰਸਥਾਵਾਂ, ਚਾਹੇ ਉਹ ਬੇਸ਼ੱਕ ਸਰਕਾਰੀ ਐਕਟ ਦੇ ਅਧੀਨ ਬਣੀਆਂ, ਸਰਕਾਰ ਦੇ ਜਿਹੜੇ ਕਾਨੂੰਨ ਹੈ ਉਹਨਾਂ ਅਧੀਨ ਬਣੀਆਂ, ਪਰ ਉਹਨਾਂ 'ਚ ਵੀ ਹਾਲਤ ਕੋਈ ਚੰਗੀ ਨਹੀਂ। ਜਿਸ ਤਰ੍ਹਾਂ ਦੀ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਰਸੋਂ 3 ਦਿਨ ਤੋਂ ਲੈ ਕੇ ਲਗਾਤਾਰ ਜਿਹੜਾ ਉੱਥੇ ਰੌਲਾ ਪੈ ਰਿਹਾ, ਔਰ ਅੱਜ ਬਕਾਇਦਾ ਜਿਹੜਾ ਕਰਨਾਲ ਦੇ ਵਿੱਚ ਉੱਥੋਂ ਦੇ ਜਿਹੜੀ ਸਿੱਖ ਪੰਚਾਇਤ ਵੀ ਹੋਈ ਹੈ, ਔਰ ਉਹਨਾਂ ਨੇ ਵੀ ਸਰਕਾਰ ਨੂੰ ਵੀ ਚੇਤਾਵਨੀਆਂ ਦਿੱਤੀਆਂ। ਇਸ ਤਰ੍ਹਾਂ ਹੀ ਪਹਿਲਾਂ ਦਿੱਲੀ ਦੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਉਸ ਦੇ ਉੱਤੇ ਕਿਸ ਤਰ੍ਹਾਂ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਲਗਭਗ ਉਸ ਦੇ ਇਸ ਵੇਲੇ ਕੰਟਰੋਲ ਦੇ ਵਿੱਚ ਹੈ। ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਸਿੱਖ ਭਾਈਚਾਰੇ ਦੇ ਅੰਦਰ, ਇਸ ਨੂੰ ਅਸੀਂ ਲੈ ਕੇ ਅੱਜ ਗੱਲਬਾਤ ਕਰਾਂਗੇ। ਇਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਦਾ ਖਾਸ ਕਰਕੇ ਸਿੱਖ ਰਾਜਨੀਤੀ ਦੇ ਉੱਤੇ ਬੜੀ ਪਕੜ ਹੈ, ਔਰ ਉਹਨਾਂ ਨੇ ਉਸ ਦਾ ਬੜਾ ਡੂੰਘਾ ਅਧਿਐਨ ਕੀਤਾ ਹੋਇਆ, ਇਤਿਹਾਸ ਦਾ, ਸਿੱਖ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਿਆ, ਉਹਨੂੰ ਰਿਪੋਰਟ ਵੀ ਕੀਤਾ ਹੈ। ਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਉਹ ਇਹ ਜਿਹੜੀ ਸਾਰੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਸਿੱਖ ਸੰਸਥਾਵਾਂ ਦੀ, ਤੇ ਜੋ ਕੁਛ ਮਤਵਾਦੀ ਜਥੇਦਾਰ ਵੱਲੋਂ ਕਰਕੇ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਕਿ ਇਸ ਬਾਰੇ ਉਹ ਕੀ ਸੋਚਦੇ ਆ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸ਼ੁਕਰੀਆ। ਸਿੱਧੂ ਸਾਹਿਬ, ਜਿਹੜੀ ਇਹ ਸਥਿਤੀ ਬਣੀ ਹੈ, ਮਤਵਾਦੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਤਲਬ ਕੀਤਾ ਸੀਗਾ ਗੁਰਦੁਆਰਾ ਸੋਧ ਬਿੱਲ ਦੇ ਮਾਮਲੇ ਨੂੰ ਲੈ ਕੇ, ਕਿਉਂਕਿ ਇਸ ਬਿੱਲ ਨੂੰ ਲੈ ਕੇ ਬੇਸ਼ੱਕ ਸਰਕਾਰ ਨੇ ਤਾਂ ਉਸ ਨੂੰ ਪਾਸ ਕਰਤਾ, ਪਰ ਉਹ ਅਜੇ ਤੱਕ ਰਾਜਪਾਲ ਦੇ ਕੋਲ ਹੀ ਪਿਆ। ਨਾ ਤਾਂ ਰਾਜਪਾਲ ਨੇ ਉਹਦੇ ਤੇ ਕੋਈ ਅਗਲੀ ਕਾਰਵਾਈ ਪਾਈ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਹਿਲਾਂ ਹੀ ਉਸ ਦਾ ਵਿਰੋਧ ਉੱਥੇ ਜਾ ਕੇ ਕਰ ਚੁੱਕੇ ਹੈ। ਤੇ ਹੁਣ ਜਿਹੜੀ ਇਹ ਨਵੀਂ ਸਥਿਤੀ ਬਣੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਵੈਸੇ ਤਾਂ ਜਿਹੜੇ ਸਿੱਖਾਂ ਦੇ ਧਾਰਮਿਕ ਅਦਾਰੇ ਵੀ ਬੜੇ ਹਾਸੋਹੀਣੀ ਸਥਿਤੀ 'ਚ,
ਉਹਨਾਂ ਦੇ ਕੋਲੇ ਕੋਈ ਧਾਰਮਿਕ ਸਿੱਖਾਂ ਕੋਲੇ ਐਸ ਸੱਚ ਕੋਈ ਪੋਲੀਟੀਕਲ ਪਾਰਟੀ ਵੀ ਨਹੀਂ ਹੈ। ਹੋਰ ਮਿਨੋਰਿਟੀਆਂ ਵਾਂਗੂ ਜਿਵੇਂ ਅਸੀਂ ਕਹਿ ਦਈਏ ਵੀ ਵੱਡੀ ਮਿਨੋਰਿਟੀ ਮੁਸਲਮਾਨ ਆ, ਉਹਨਾਂ ਕੋਲ ਵੀ ਕੋਈ ਪੋਲੀਟੀਕਲ ਲੈਵਲ ਦੀ ਇਸ ਕਿਸਮ ਦੀ ਪਾਰਟੀ ਹੈ ਨਹੀਂ, ਨਾ ਬਣਨ ਦਿੱਤੀ ਜਾਂਦੀ ਹੈ ਮਿਨੋਰਿਟੀਆਂ ਦੀ। ਤੇ ਈਸਾਈਆਂ ਕੋਲੇ ਵੀ ਹੈ ਨਹੀਂ ਨਹੀਂ, ਜਿੰਨੇ ਕਿ ਪਰ ਸਿਰ ਸਾਹਿਬ ਪਾਪੂਲੇਸ਼ਨ। ਇੱਕ ਗੱਲ ਤਾਂ ਹੈ ਨਾ ਕਿ ਸਿੱਖਾਂ ਕੋਲ ਤਾਂ ਇੱਕ ਬੜੀ ਮਜ਼ਬੂਤ ਪਾਰਟੀ ਸੀ ਜਿਸ ਨੇ ਹਾਂ, ਆਜ਼ਾਦੀ ਦੇ ਅੰਦੋਲਨ 'ਚ ਹਿੱਸਾ ਲਿਆ। ਦੇਸ਼ ਨੂੰ ਮਤਲਬ ਜਿਹੜੀ ਹੈ ਖਾਸ ਕਰਕੇ ਸੰਘੀ ਢਾਂਚੇ ਦੇ ਬਾਰੇ, ਫੈਡਰਲ ਢਾਂਚੇ ਦੇ ਬਾਰੇ ਉਹਨਾਂ ਨੇ ਏਡੇ ਵੱਡੇ ਅੰਦੋਲਨ ਕੀਤੇ। ਸਿੱਖਾਂ ਕੋਲ ਤਾਂ ਇੱਕ ਪਾਰਟੀ ਸੀ ਨਾ। ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ। ਸਿੱਖਾਂ ਕੋਲੇ ਪਾਰਟੀ ਨਹੀਂ ਸੀ। ਸਿੱਖ ਇੱਕ ਫਰੀडम ਮੂਵਮੈਂਟ ਵੇਲੇ 1940-45 ਸਾਰਾ ਦੌਰ ਦੇ ਵਿੱਚ ਉਹ ਇੱਕ ਤੀਜੀ ਧਿਰ ਸੀ। ਉਹ ਧਿਰ ਦੇ ਲੈਵਲ ਤੇ ਹੀ ਰਾਉਂਡ ਟੇਬਲ ਕਾਨਫਰੰਸਾਂ ਲੰਡਨ 'ਚ ਬੁਲਾਏ ਜਾਂਦੇ ਸੀ, ਬੋਲੇ ਆ, ਉੱਥੇ ਗਏ ਆ, ਇਹਨਾਂ ਦੀ ਪਾਰਟਿਸਿਪੇਸ਼ਨ ਹੋਈ ਆ। ਇਹਨੂੰ ਧਿਰ ਦੇ ਲੈਵਲ ਤੇ ਰਿਕੋਗਨਾਈਜ਼ ਕੀਤਾ ਕਿਸੇ ਦਾ ਕੈਬਨਿਟ ਮਿਸ਼ਨ ਆਇਆ, ਉੱਥੇ ਵੀ ਇੱਕ ਧਿਰ ਦੇ ਲੈਵਲ ਤੇ, ਤੀਜੀ ਧਿਰ ਦੇ ਲੈਵਲ ਤੇ ਬੁਲਾਇਆ ਗਿਆ। ਤੇ ਕਾਂਗਰਸ ਜਾਂਦੀ ਸੀ, ਮੁਸਲਿਮ ਲੀਗ ਗਏ, ਇਹ ਵੀ ਗਏ, ਅਕਾਲੀ ਦਲ ਗਿਆ। ਇਸ ਕਰਕੇ ਅਕਾਲੀ ਦਲ ਦੀ ਉਸ ਕਿਸਮ ਦੀ ਪੋਜੀਸ਼ਨ ਨਹੀਂ ਸੀ, ਬਹੁਤ ਸਟਰੋਂਗ ਪੋਜੀਸ਼ਨ ਹੈ, ਤੁਹਾਡੀ ਗੱਲ ਸਹਿਮਤ ਹੈ। ਪਰ ਹੁਣ ਫਿਲਹਾਲ ਕੀ ਹੋਇਆ 70-75 ਸਾਲਾਂ 76 ਸਾਲਾਂ ਪਿੱਛੋਂ, ਆਜ਼ਾਦੀ ਦੇ ਪਿੱਛੋਂ, ਇਹ ਬਿਲਕੁਲ ਹੀ ਹਾਸੋਹੀਣੀ ਸਥਿਤੀ 'ਚ ਪਹੁੰਚ ਗਿਆ। ਪਾਰਟੀਆਂ ਵੀ ਇਹਨਾਂ ਦੀਆਂ ਪਹੁੰਚ ਗਈਆਂ, ਇਹਨਾਂ ਦੇ ਧਾਰਮਿਕ ਅਦਾਰੇ ਵੀ ਪਹੁੰਚ ਗਏ। ਜਿਹੜੇ ਸੈਂਟਰਲ ਅਦਾਰਾ ਸੀ SGPC, ਉਹ ਵੀ ਇਸੇ ਹਾਲਤ 'ਚ ਪਹੁੰਚ ਗਿਆ। ਜੇ ਵੇਖੋ ਜੀ SGPC ਹੀ ਤਕੜੀ ਹੁੰਦੀ ਤਾਂ ਇਸ ਕਿਸਮ ਦਾ ਅਕਾਲ ਤਖਤ ਵੀ ਤਕੜਾ ਹੁੰਦਾ ਸਾਰੀ ਗੱਲ ਦਾ। ਤੇ ਉਹ ਫਿਰ ਨਾ ਤਾਂ ਇਹ ਹਰਿਆਣੇ ਵਾਲੀ ਜਿਹੜੀ ਕਮੇਟੀ ਦਾ ਤੁਸੀਂ ਕਹਿ ਰਹੇ ਹੋ ਸਾਰਾ ਉਹ ਹੋਇਆ ਹੈਗਾ, ਜਿਹੜਾ ਜਿਸ ਤਰੀਕੇ ਦਾ ਸਾਰਾ ਵਾਇਰਲ ਹੋ ਰਹੀ ਹੈ, ਸਾਰਾ ਦਾਦੂਵਾਲ ਤੇ ਹੋਰ ਜਿਹੜੇ ਸਾਰੇ ਆਪਸ ਮੀਟਿੰਗ 'ਚ ਉੱਥੇ ਆਪਸ 'ਚ ਮੀਟਿੰਗ ਹੱਥੋਂ ਵਿੱਚ ਪਾਈ ਹੋਏ ਝਗੜੇ, ਗਾਲੋ ਗਾਲੀ ਗਾਲੀ ਹੋਇਆ, ਗਲੋਚ ਕੀਤਾ। ਲੇਡੀਜ਼ ਜੀ ਬੈਠੀਆਂ, ਤੇ ਉਹ ਬਿਲਕੁਲ ਹੀ ਕਲੀਅਰ ਕੱਟ ਹੈ ਵੀ ਉਹ ਸਾਰੀ ਇੱਕ ਤਰ੍ਹਾਂ ਦੀ ਨੋਮੀਨੇਸ਼ਨ ਹੈ ਬੀਜੇਪੀ ਸਰਕਾਰ ਦੀ ਹਰਿਆਣੇ ਦੇ ਵਿੱਚ। ਵੀ ਆਹ ਤੁਹਾਡੀ ਕਮੇਟੀ ਬਣਾਤੀ, ਆ ਤੁਸੀਂ ਬੰਦੇ ਹੋ, ਤੇ ਸਾਰੇ ਉਹਨਾਂ ਨੇ ਬਣਾਇਆ। ਉਹ ਕਹਿੰਦੇ ਕਿਵੇਂ ਕਰਨਾ, ਸਾਡੇ ਮੁਤਾਬਕ ਕਰਨਾ। ਉਹ ਬੀਜੇਪੀ ਦੇ ਬੰਦੇ ਹੈਗੇ ਸਾਰੇ, ਬੀਜੇਪੀ RSS ਮੁਤਾਬਕ ਉਹ ਕੰਮ ਕਰਨਗੇ। ਉਹਨਾਂ ਨੇ ਜਿਹੜਾ ਕੋਈ ਕਰਮਜੀਤ ਨਾਂ ਦਾ ਕੋਈ ਡੇਰੇਦਾਰ ਹੈ, ਮਹੰਤ ਕਰਮਜੀਤ ਸਿੰਘ ਜਿਹੜੇ ਮਹੰਤ ਕਰਮਜੀਤ ਸਿੰਘ ਨਾਂ ਦਾ ਡੇਰੇਦਾਰ ਹੈ, ਉਹ ਉਸ ਨੂੰ ਚੇਅਰਮੈਨ ਬਣਾਤਾ। ਨਾ ਉਹਦੀ ਕੋਈ ਸਿੱਖਾਂ ਦੀ ਗੱਲਬਾਤ, ਨਾਲੇ ਡੇਰੇਦਾਰੀਆਂ ਨੂੰ ਮੁੜ ਸਥਾਪਿਤ ਕਰਨ ਦਾ ਜਿਹੜਾ ਸਰਕਾਰਾਂ ਕਰਦੀਆਂ ਕਿ ਨਾ ਉਹ ਕਰ ਰਹੀਆਂ। ਉਹੀ ਕੰਮ ਅਕਾਲੀ ਦਲ ਨੇ ਵੀ ਕੀਤਾ ਸੀ, ਇੱਥੇ ਡੇਰੇਦਾਰੀਆਂ ਸਥਾਪਿਤ ਕੀਤੀਆਂ ਸੀ। ਅਕਾਲੀ ਦਲ ਦਾ ਵੀ ਇਹ ਹਾਲ ਹੋਇਆ। ਤੇ ਮੋਟੇ ਲੈਵਲ ਤੇ ਆਪਾਂ ਇੱਕ ਇੱਕ ਚੀਜ਼ ਨੂੰ ਡਿਸਕਸ ਕਰਨਾ ਚਾਹਾਂਗੇ, ਅਕਾਲੀ ਦਲ ਦਾ ਕੀ ਹੋਇਆ, ਹਰਿਆਣੇ ਦਾ ਕੀ ਹੋਇਆ। ਪਰ ਜਿਹੜੀ ਗੱਲ ਤੁਸੀਂ ਸਵਾਲ ਦੇ ਲੈਵਲ ਤੇ ਪਹਿਲਾਂ ਕੀਤੀ ਹੈ ਗੱਲ, ਵੀ ਇਹ ਬਿਲਕੁਲ ਹਾਸੋਹੀਣੀ ਗੱਲ ਹੈ ਵੀ ਧਿਆਨ ਸਿੰਘ ਮੰਡ ਆਪਣੇ ਆਪ ਵਿੱਚ ਕੋਈ ਲੋਕਲ ਸਟੈਂਡ ਨਹੀਂ ਰੱਖਦਾ, ਕੋਈ ਉਹਦਾ ਸਟੈਂਡ ਨਹੀਂ, ਕੋਈ ਉਹਦਾ ਗੱਲ ਨਹੀਂ, ਐਕਸੈਪਟ ਨਹੀਂ ਕੀਤੀ ਜਾਂਦੀ ਗੱਲਬਾਤ। ਪਹਿਲੀ ਗੱਲ, ਜਿਸ ਕਮੇਟੀ ਦੇ ਵਿੱਚੋਂ ਚੱਬੇ ਦੇ ਸਰਬੱਤ ਖਾਲਸੇ ਵਿੱਚ ਉਹਨੂੰ ਬਣਾਇਆ ਗਿਆ, ਤੇ ਉਹ ਅਕਾਲ ਤਖਤ ਦਾ ਜਥੇਦਾਰ ਹਵਾਰੇ ਨੂੰ ਬਣਾਇਆ ਗਿਆ, ਉਹਦਾ ਤਾਂ ਇਹ ਗਾਹਾਂ ਵਰਕਿੰਗ ਜਥੇਦਾਰ ਹੈ ਨਾ, ਜਿਹੜਾ ਬਾਹਰ ਹੋਣ ਕਰਕੇ। ਹਾਂ ਜੀ ਜੀ ਉਹ ਜੀ ਮੇਨ ਜਥੇਦਾਰ ਨੂੰ ਜਿਹੜਾ ਉੱਥੇ ਬਣਾਇਆ ਗਿਆ, ਉਹ ਜਿਹੜੇ ਬਣਾਉਣ ਵਾਲੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਜਿਹੜੇ 4-5 ਲੋਕ ਅੱਗੇ ਸੀ ਬੇਣ ਵਾਲੇ, ਉਸੇ ਦਿਨ ਹੀ ਉਹਨਾਂ ਨੇ ਬਾਦਲ ਵਿਰੁੱਧ ਕੋਈ ਵੀ ਨਿਖੇਧੀ ਦਾ ਮਤਾ ਨਹੀਂ ਸੀ ਲਿਆਂਦਾ। ਨਾਲੇ ਕਿ 2015 ਦੇ ਵਿੱਚ, ਇਹ ਤਾਂ ਨਵੰਬਰ 'ਚ ਹੋਇਆ, ਸ਼ਾਇਦ ਨਵੰਬਰ 2000 'ਚ ਹੋਇਆ ਇਹ ਸਰਬੱਤ ਖਾਲਸਾ ਸ਼ੁਰੂ ਦੇ ਵਿੱਚ। ਤੇ ਜਿਹੜੀਆਂ ਇੰਨੀਆਂ ਨਵੰਬਰ ਬਰਗਾੜੀ ਵਾਲੇ ਇਨਸੀਡੈਂਟ ਹੋਏ, ਜਿਹੜੇ 4 ਮਹੀਨੇ ਚੱਲਦੇ ਰਹੇ, ਜਿਹਦੇ ਚ ਬਾਦਲ ਸਰਕਾਰ ਬਿਲਕੁਲ ਹੀ ਗੁੱਠੇ ਲੱਗ ਗਈ ਸੀ। ਉਹਨਾਂ ਦੇ ਲੋਕਾਂ ਨੂੰ ਲੋਕ ਬਾਹਰ ਨਹੀਂ ਸੀ ਆਉਣ ਦਿੰਦੇ। ਸਿੱਖ ਆਪ ਨਹੀਂ, ਹਾਰੇ ਉਦੋਂ ਤਾਂ ਸਿੱਧੂ ਸਾਹਿਬ ਹਾਲਤ ਇਹ ਬਣ ਗਈ ਕਿ ਪੰਜਾਬ 'ਚ ਏਦਾਂ ਲੱਗਦਾ ਜਿਵੇਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਜੀ ਅਸੀਂ ਬਿਲਕੁਲ ਠੀਕ। ਇੰਨਾ ਲੰਮਾ ਸਮਾਂ ਦੇਖਿਆ ਹੈ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਜਿਸ ਤਰ੍ਹਾਂ ਹਰੀਕੇ ਹੈੱਡ ਵਰਕਸ ਦੇ ਉੱਤੇ ਜਿਹੜਾ ਦਰਿਆ ਤੇ ਪੁਲ ਹੈ, ਔਰ ਜਿਸ ਹਾਂ ਤਰ੍ਹਾਂ ਬਿਆਸ ਦਰਿਆ ਤੇ ਪੁਲ ਹੈ, ਕਿ ਉਹ ਪੁਲ ਹੀ ਬੰਦ ਹੋ ਜਾਣ, ਲੋਕਾਂ ਦੀ ਆਵਾਜਾਈ ਠੱਪ ਹੋ ਜੇ, ਲੋਕ ਘਰਾਂ 'ਚੋਂ ਨਿਕਲਣ ਤੋਂ ਗੁਰੇਜ਼ ਕਰਨ ਲੱਗ ਗਏ। ਬਿਲਕੁਲ ਉਹ ਹਾਲਤ ਹੋ ਗਈ ਸੀਗੀ ਜਦੋਂ 4-5 ਮਹੀਨਿਆਂ 'ਚ ਇਹਨਾਂ ਨੇ ਵੋਟ ਬੈਂਕ ਤਿਆਰ ਕਰਨ ਲਈ ਡੇਰੇ ਵਾਲੇ ਸਾਹਿਬ ਤੋਂ ਸਾਰਾ ਕੁਝ ਕਰਾ ਕੇ, ਸਰਸੇ ਡੇਰੇ ਵਾਲੇ ਤੋਂ ਕਰਾ ਕੇ, ਤੇ ਬੇਅਦਬੀ ਦਾ ਸਾਰਾ ਸਿਲਸਿਲਾ ਸ਼ੁਰੂ ਕਰਾਇਆ ਸੀ ਵੀ ਕਿਵੇਂ ਅਸੀਂ ਉਹਦੇ ਜਿਹੜੇ ਫਾਲੋਅਰ ਦਲਿਤ ਤੇ ਥੱਲੇ ਵਾਲੀਆਂ ਕਲਾਸਿਸ ਹੈਗੀਆਂ ਸਾਰੀਆਂ, ਵੀ ਉਹਨਾਂ ਦਾ ਵੋਟ ਬੈਂਕ ਕੰਸੋਲੀਡੇਟਡ ਬਣਾ ਦਈਏ। ਅਕਾਲੀ ਦਲ ਤੇ ਸਿੱਖ ਤਾਂ ਸਾਡੇ ਨਾਲ ਹੈਗੇ ਜਿੰਨੇ ਇਸ ਪ੍ਰੀਮਾਈਜ਼ ਉੱਤੇ, ਇਸ ਬਣਾ ਉੱਤੇ ਕੰਮ, ਬੇਸ ਉੱਤੇ, ਆਧਾਰ ਉੱਤੇ ਕੰਮ ਕਰਦੇ ਹੋਏ ਅਕਾਲੀ ਦਲ ਨੇ ਉਹਨਾਂ ਦਿਨਾਂ ਵਿੱਚ ਇਹ ਜਿਹੜੀਆਂ ਮਕੈਨੀਕਲ ਕੰਪਨੀਆਂ ਵੱਲੋਂ ਸਕੀਮਾਂ ਬਣਾ ਕੇ ਆਉਂਦੀਆਂ, ਵੋਟ ਬੈਂਕ ਕਿਵੇਂ ਤਿਆਰ ਕਰਨਾ, ਅੱਜ ਕੱਲ ਬਾਹਰੋਂ ਆਉਂਦਾ,
ਉਹਨਾਂ ਦੇ ਸਲਾਹ ਉੱਤੇ ਸਾਰਾ ਕੰਮ ਕੀਤਾ ਸੀ 2015 ਦਾ। ਨਹੀਂ ਸਿੱਧ ਸਾਹਿਬ ਉੱਥੇ ਗੱਲ ਆਰਗੇਨਾਈਜ਼ਡ ਖਾਲੀ ਤਰੀਕੇ ਨਾਲ ਬੇਅਦਬੀ ਕੀਤਾ ਤੱਕ ਸੀ। ਸੀਮਤ ਨਹੀਂ ਸੀ ਨਾ, ਉਸ ਤੋਂ ਬਾਅਦ ਤਾਂ ਗੱਲ ਵੱਧ ਗਈ ਕਿ ਉੱਥੇ ਜਿਹੜੇ ਲੋਕ ਬੇਅਦਬੀ ਦੇ ਖਿਲਾਫ ਉੱਠੇ, ਇਲਾਕੇ ਦੇ ਲੋਕ ਸੀਗੇ, ਉਹਨਾਂ ਨੇ ਬੇਅਦਬੀ ਨੂੰ ਦੇ ਖਿਲਾਫ ਮੋਰਚਾ ਲਾਇਆ ਜਾਂ ਧਰਨਾ ਦਿੱਤਾ ਕਿ ਸਰਕਾਰ ਉਹਨਾਂ ਨੂੰ ਫੜੇ, ਉਹਨਾਂ ਦੇ ਖਿਲਾਫ ਕਾਰਵਾਈ ਕਰੇ, ਤਾਂ ਉਹਨਾਂ ਦੇ ਗੋਲੀ ਚਲਾ ਕੇ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ, ਜਿਹੜੀ ਅਜੇ ਤੱਕ ਉਹਦੇ ਵੀ ਕੇਸ ਚੱਲਦੇ ਆ। ਦੇਖੋ ਬਹੁਤ ਕੁਝ ਹੋਇਆ, ਸਾਰਾ ਕੁਝ ਫਰਜ਼ ਕੀਤਾ ਵੀ ਡੇਰਾ ਸੱਚਾ ਸੌਦੇ ਵਾਲੇ ਦਾ ਉਹ ਜਿਹੜਾ ਫਿਲਮ ਸੀ, ਉਹਦੀ ਫਿਲਮ ਉਹਨੂੰ ਪਹਿਲਾਂ ਅਕਾਲ ਤਖਤ ਤੋਂ ਮਤਲਬ ਕਿ ਵੀ ਕੱਢਿਆ ਹੋਇਆ ਸੀਗਾ, ਉਹਨੂੰ ਬਕਾਇਦਾ ਬਹਾਲ ਕੀਤਾ, ਫਿਰ ਉਹਦੀ ਫਿਲਮ ਚਲਾਈ, ਸਾਰਾ ਕੁਝ ਕਰਵਾਇਆ ਉਹਦੇ ਲਈ। ਕੋਈ ਚੀਜ਼ ਨਹੀਂ ਸੀ ਲੁਕੀ ਛੁਪੀ ਰਹੇਗੀ ਵੀ ਇਹ ਵੋਟ ਬੈਂਕ ਦੀ ਐਕਸਰਸਾਈਜ਼ ਹੈ, ਤਿਆਰ ਕਰ ਰਹੇ ਆ। ਉਹਦੇ ਵਿੱਚ ਇਹ ਇਕਾਈ ਕਰਕੇ ਧੋਖਾ ਖਾ ਗਏ, ਇਹ ਅਕਾਲੀ ਦਲ ਬਾਦਲ ਵਾਲੇ ਜਾਂ ਬਾਦਲ ਪਰਿਵਾਰ ਧੋਖਾ ਖਾ ਗਿਆ, ਜਿਹਦੇ ਵਿੱਚ ਫਿਰ ਇਹਨਾਂ ਤੋਂ ਸਾਰੀ ਗੱਲ ਸੰਭੀ ਨਹੀਂ, ਗਾਹਾਂ ਦੀ ਗਾਹਾਂ ਵੱਧਦੀ ਗਈ ਧਾਰਮਿਕ ਲੈਵਲ ਤੇ। ਫਿਰ ਕੋਟਕਪੂਰੇ ਤੇ ਜਾ ਕੇ ਤਾਂ ਫਿਰ ਸਾਰਾ ਉਹਦੇ ਵਿੱਚੋਂ ਫਿਰ ਲੋਕਾਂ ਦੇ ਗੁੱਸੇ ਨੂੰ ਖਾਰਜ ਕਰਨ ਲਈ ਇਹ ਸਿਮਰਜੀਤ ਸਿੰਘ ਮਾਨ ਆ, ਧਿਆਨ ਸਿੰਘ ਮਾਂਡੀਏ ਤਾਂ ਉਹਦੇ ਨਾਲ ਹੀ ਸੀ ਸਾਰੇ, ਇਹ ਬੰਦੇ ਇਕੱਠੇ ਹੋ ਕੇ, ਕੁਝ ਹੋਰ ਬੰਦੇ ਸੀ ਇਕੱਠੇ ਹੋ ਕੇ, ਜਿਹੜੇ ਉਹਨਾਂ ਨੇ ਚੱਬੇ ਦਾ ਸਰਬੱਤ ਖਾਲਸਾ ਬਣਾਇਆ। ਉਹ ਚਰਵੱਦੇ ਦੇ ਜਿਹੜਾ ਚੱਬੇ ਦਾ ਅੰਮ੍ਰਿਤਸਰ ਦੇ ਨੇੜੇ ਸਰਬੱਤ ਖਾਲਸਾ ਸੀ, ਉਹਦੇ ਵਿੱਚ ਸਾਰਾ ਗੁੱਸਾ ਜਿਹੜਾ ਬਾਦਲ ਸਰਕਾਰ ਵਿਰੁੱਧ ਸੀ ਉਹ ਖਾਰਜ ਕਰਾ ਦਿੱਤਾ। ਕਦੇ ਤੁਹਾਨੂੰ 10 ਪੁਆਇੰਟ ਦਾ ਰੈਜ਼ੋਲੂਸ਼ਨ ਆ, ਉਹ ਸਾਡੇ ਕੋਲ ਸਾਂਭ ਕੇ ਰੱਖਿਆ ਵਾ, ਉਹਦੇ ਚ ਇੱਕ ਸ਼ਬਦ ਬਾਦਲ ਸਰਕਾਰ ਦੇ ਉਹਦੀ ਨਿਖੇਧੀ ਨਹੀਂ, ਸਿਰਫ ਇੰਨਾ ਕਿਹਾ ਬਾਦਲ ਸਰਕਾਰ ਨੂੰ ਜਿਹੜਾ ਖਿਤਾਬ ਅਕਾਲ ਤਖਤ ਵੱਲੋਂ ਦਿੱਤਾ ਗਿਆ ਉਹ ਵਾਪਸ ਲਿਆ ਜਾਵੇ, ਫਖਰੇ ਕੌਮ ਦਾ। ਉਹ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੀਆਂ ਕਰਕੇ, ਬਾਕੀ ਗੱਲ ਇੱਕ ਨਹੀਂ ਸ਼ਬਦ ਕਿਹਾ ਵੀ 4.5 ਮਹੀਨੇ ਕਰਕੇ ਸਿੱਖਾਂ ਦੀ ਕਿੰਨੀ ਬੇਹੁਰਮਤੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਥਾਂ ਥਾਂ ਬੇਇੱਜ਼ਤੀਆਂ ਹੋਈਆਂ, ਬੇਪੱਤੀਆਂ ਹੋਈਆਂ, ਉਹਦਾ ਕੋਈ ਕਿਤੇ ਜ਼ਿਕਰ ਨਹੀਂ ਉਸ ਚੱਬੇ ਦੇ ਸਰਬੱਤ। ਉਹਦੇ ਵਿੱਚੋਂ ਇਹ ਧਿਆਨ ਸਿੰਘ ਮੰਡ ਨਿਕਲਿਆ ਜੀ, ਜਿਹੜਾ ਉਸਦੇ ਵਿੱਚੋਂ ਬੇਸਿਕਲੀ ਦੇਖੀਏ ਤਾਂ ਉਦੋਂ ਪਿੱਛੋਂ ਉਹ ਸਾਰਾ ਚੱਬੇ ਦਾ ਸਰਬੱਤ ਖਾਲਸਾ ਕਰਨ ਦੇ ਪਿੱਛੋਂ, ਧਿਆਨ ਸਿੰਘ ਮੰਡ ਵਰਗਿਆਂ ਦਾ ਸਾਰਿਆਂ ਦਾ ਐਲਾਨ ਕਰਨ ਦੇ ਪਿੱਛੋਂ, ਦੂਜੇ ਦਿਨ ਜਾ ਕੇ ਉਹੀ ਸਾਰੇ ਆਰਗੇਨਾਈਜ਼ਰ ਆ, ਵਿੱਚੋਂ ਆਰਗੇਨਾਈਜ਼ਰਾਂ ਚੋਂ ਕਈ ਬੰਦੇ ਜਾ ਕੇ ਬਾਦਲ ਦੇ ਪਿੰਡ ਚਲੇ ਜਾਂਦੇ ਆ ਤੇ ਉੱਥੇ ਉਹਨਾਂ ਦੇ ਜਾ ਕੇ ਲੰਚ ਕਰਦੇ ਆ, ਉਹਨਾਂ ਦੇ ਘਰ 'ਚ ਪ੍ਰਸ਼ਾਦੇ ਛਕਦੇ ਆ। ਇਹ ਜਿਹੜਾ ਸਾਰਾ ਕੁਝ ਸਭ ਦੇ ਸਾਹਮਣੇ ਆ, ਸਾਰਾ ਕੁਝ ਇਸੇ ਕਰਕੇ ਵੇਖੋ ਅਸੀਂ ਉਹਦੇ ਨਾਲ ਜੁੜੇ ਹੋਏ ਸੀਗੇ ਕੁਝ ਹੱਦ ਤੱਕ। ਸਾਨੂੰ ਵੀ ਕਹਿੰਦੇ ਸੀ ਵੀ ਰੈਜ਼ੋਲੂਸ਼ਨ ਬਣਾਉਣ ਲਈ ਤੁਸੀਂ ਆਓ, ਮੈਨੂੰ ਤੇ ਕਰਮਜੀਤ ਸਿੰਘ ਨੂੰ, ਟ੍ਰਿਬਿਊਨ ਵਾਲੇ ਨੂੰ ਲੈ ਕੇ ਜਾ ਰਹੇ ਸੀ ਵੀ ਤੁਸੀਂ ਆ ਕੇ ਸਰਬੱਤ ਖਾਲਸੇ ਦੇ ਰੈਜ਼ੋਲੂਸ਼ਨ ਡਰਾਫਟ ਕਰਨ 'ਚ ਸਾਡੀ ਮਦਦ ਕਰੋ। ਅਸੀਂ ਰਸਤੇ 'ਚੋਂ ਮੁੜਿਆ, ਸਾਨੂੰ ਜਦੋਂ ਪਤਾ ਲੱਗ ਗਿਆ ਸਾਰਾ ਕੁਝ, ਅਸੀਂ ਗਏ ਨਹੀਂ। ਉਹ ਜਿਹੜੇ ਰੈਜ਼ੋਲੂਸ਼ਨ ਸੀ ਸਾਰੇ, ਉਹ ਸਾਰੇ ਹੀ ਬਾਦਲ ਪੱਖੀ, ਅਕਾਲੀ ਦਲ ਪੱਖੀ ਬਾਦਲ ਸੀ, ਉਹਨਾਂ ਵਿੱਚੋਂ ਹੀ ਇਹ ਸਾਰਾ ਕੁਝ ਅਮਰਜ ਹੋਇਆ, ਨਿਕਲ ਕੇ ਆਇਆ। ਸਾਰਾ ਜਿਹੜੇ ਜਥੇਦਾਰ ਨਿਕਲੇ ਆ, ਜਾਂ ਧਿਆਨ ਸਿੰਘ ਮੰਡ, ਆਪਾਂ ਇੱਥੇ ਹੀ ਫੋਕਸ ਕਰੀਏ, ਧਿਆਨ ਸਿੰਘ ਮੰਡ ਉਹਦੇ ਚੋਂ ਆਇਆ। ਇਹ ਨਹੀਂ ਧਿਆਨ ਉਹਦੇ ਸਿੰਘ ਚੋਂ ਮੰਡ ਆਏ ਤਾਂ, ਪਰ ਜੋ ਇਹਨਾਂ ਨੇ ਹੁਣ ਕਾਰਵਾਈ ਕੀਤੀ ਇਹਦੇ ਬਾਰੇ ਤੁਹਾਡਾ ਹੀ ਕਹਿਣਾ, ਜਿਸ ਤਰ੍ਹਾਂ ਇਹਦੇ ਬਾਰੇ ਤੁਸੀਂ ਇਹਦੀ ਥੋੜੀ ਜਿਹੀ ਬੈਕਗ੍ਰਾਉਂਡ ਤਾਂ ਦੇਖੋ ਵੀ ਇਨਸਾਫ ਮੋਰਚਾ ਵੀ ਇਹਨਾਂ ਨੇ ਲਾਇਆ ਸੀ। ਉਸੇ ਹਵਾਰੇ ਦੇ ਡਾਇਰੈਕਸ਼ਨ ਉੱਤੇ ਇਨਸਾਫ ਮੋਰਚਾ ਮੁਹਾਲੀ 'ਚ ਲੱਗਿਆ ਸੀ, ਉਹ ਵੀ 7-8 ਮਹੀਨੇ ਹੋ ਗਏ, ਕਿੱਧਰ ਗਿਆ, ਕੋਈ ਗੱਲਬਾਤ ਹੀ ਨਹੀਂ। ਤੁਸੀਂ ਇਸ ਕ੍ਰੈਡੀਬਿਲਿਟੀ, ਇਸ ਬੈਕਗ੍ਰਾਉਂਡ ਵਾਲੇ ਬੰਦੇ ਨਹੀਂ ਹੋਣ। ਉੱਥੇ ਸਿਰ ਸਾਹਿਬ ਇਹ ਵੀ ਹੈ ਕਿ ਜਿਹੜਾ ਇੱਕ ਮੋਰਚਾ ਬਰਗਾੜੀ 'ਚ ਵੀ ਲੱਗਾ ਸੀਗਾ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ। ਬਿਲਕੁਲ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਅਸੀਂ ਧਿਆਨ ਸਿੰਘ ਮੰਡ ਨੂੰ ਛੱਡਣ ਤੋਂ ਪਹਿਲਾਂ ਇਹਨੇ ਸਾਨੂੰ ਬੁਲਾਇਆ ਸੀ ਚੰਡੀਗੜ੍ਹੋਂ, ਅਸੀਂ ਗਏ ਸੀ ਕਿ 6-7 ਮਹੀਨੇ ਚੱਲਦਾ ਰਿਹਾ, ਬੜਾ ਲੋਕਾਂ 'ਚ ਹੰਗਾਰਾ ਮਿਲਿਆ, ਦੇਸ਼ ਵਿਦੇਸ਼ 'ਚ ਸਿੱਖਾਂ ਨੇ ਹੰਗਾਰਾ ਦਿੱਤਾ ਉਸ ਮੋਰਚੇ ਨੂੰ। ਤੇ ਮੁੜ ਕੇ ਅੰਦਰੋਂ ਅੰਦਰੀ ਕੈਪਟਨ ਸਰਕਾਰ ਸੀ, ਕੈਪਟਨ ਸਰਕਾਰ ਨਾਲ ਕੀ ਸਮਝੌਤਾ ਕੀਤਾ, ਸਡਨਲੀ ਉਹਨੂੰ ਵਾਈਂਡ ਅਪ ਕਰਕੇ ਬਾਹਰ ਚਲੇ ਗਏ। ਜਿੰਨੇ ਕੁ ਮਾਇਆ ਮੂਆ ਇਕੱਠੀ ਹੋਈ ਲੈ ਕੇ ਤੁਰ ਗਏ ਸਾਰੇ। ਮਾਇਆ ਦੀ ਗੱਲ ਛੱਡੋ, ਸਵਾਲ ਹੈ ਵੀ ਲੋਕਾਂ ਦੇ ਇਮੋਸ਼ਨਸ ਨੂੰ ਵਾਈਂਡ ਅਪ ਕੀਤਾ, ਸਾਰਾ ਧਾਰਮਿਕ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕੀਤੀ ਤੇ ਵਾਈਂਡ ਅਪ ਕਰਕੇ ਚਲੇ ਗਏ। ਅੱਛਾ, ਇੱਥੋਂ ਤੱਕ ਕਿਹਾ ਸੀ, ਉੱਥੇ ਉਹ ਸ਼ਾਮਲ ਸੀ, ਉਹ ਸਾਰੇ ਲਾਸਟ ਦਿਨ ਦੇ ਵਿੱਚ ਇਸ ਨੇ ਸਾਨੂੰ ਬੁਲਾਇਆ ਸੀਗਾ 4-5 ਜਣਿਆਂ ਨੂੰ ਚੰਡੀਗੜ੍ਹ ਤੋਂ। ਮੈਂ ਇਸ ਗੱਲ ਦਾ ਗਵਾਹ ਹਾਂ, ਕਹਿਣ ਦੇ ਲਈ ਤਿਆਰ ਹੈ। ਇਹ ਕਹਿੰਦਾ ਜੀ ਤੁਸੀਂ ਹੁਣ ਦੇਖੋ, ਉਦੋਂ ਇਲੈਕਸ਼ਨ ਹੋਣ ਵਾਲੀ ਸੀ, ਇਲੈਕਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਸੀ, ਕਹਿੰਦਾ ਜੀ ਮੈਂ ਦਹੀਂ ਜਮਾਤੀ, ਹੁਣ ਧਿਆਨ ਸਿੰਘ ਮੰਡ ਦੇ ਸ਼ਬਦ ਸੀਗੇ, ਤੇ ਹੁਣ ਤੁਸੀਂ ਇਹਦੇ ਚੋਂ ਦੁੱਧ ਮੱਖਣ ਕੱਢਣਾ ਤੁਸੀਂ ਕੱਢ ਲਓ, ਮੈਂ ਤਾਂ ਦਹੀਂ ਜਮਾਤੀ, ਦੁੱਧ ਜਮਾਤਾ, ਦਹੀਂ ਬਣ ਗਈ ਆ ਹੁਣ, ਤੇ ਤਿਆਰ ਆ। ਹੁਣ ਇਹਦੀ ਅਨਾਉਂਸਮੈਂਟ ਸੀ ਵੀ ਸਾਡੀ ਐਡੀ ਵੱਡੀ ਉੱਥੇ ਬਰਗਾੜੀ ਵਿੱਚ ਹੁਣ ਚੜ੍ਹਤ ਹੋ ਗਈ ਆ, ਸਾਰਾ ਸਿੱਖ ਜਗਤ ਮੋਬਿਲਾਈਜ਼ ਹੋ ਗਿਆ
ਤੇ ਹੁਣ ਅਸੀਂ ਸਾਰੀਆਂ ਦੀਆਂ ਸਾਰੀਆਂ 117 ਸੀਟਾਂ ਜਿੱਤਾਂਗੇ ਪੰਜਾਬ ਦੇ ਐਮਐਲਏ ਦੀਆਂ, ਤੇ 12 ਦੀਆਂ 12 13 ਜਿਹੜੇ ਸਾਡੇ ਐਮਪੀ ਉਹ ਵੀ ਜਿੱਤਾਂਗੇ। ਇਹ ਕਹਿ ਕੇ ਇੱਥੇ ਨੇ ਵਾਈਂਡ ਅਪ ਕਰਕੇ ਉੱਠ ਕੇ ਆ ਗਏ। ਅੰਦਰੋਂ ਅੰਦਰ ਹੀ ਸਮਝੌਤਾ ਹੋਇਆ ਕਿ ਇਹ ਕਾਂਗਰਸ ਦੇ ਕਹਿਣ ਦੇ ਲਈ, ਕਾਂਗਰਸ ਦੇ ਉਸ ਵੇਲੇ ਦੀ ਕੈਪਟਨ ਦੀ ਸਰਕਾਰ ਦੇ ਕਹੇ ਉੱਤੇ ਇਹਨਾਂ ਨੇ ਮੋਰਚਾ ਲਾਇਆ ਸੀ ਤਾਂ ਕਿ ਅਕਾਲੀ ਦਲ ਨਾ ਉੱਠ ਸਕੇ। ਬਰਗਾੜੀ ਵਾਲੀ ਗੱਲ ਉਹਨਾਂ ਦੇ ਗੱਲ ਪਈ ਰਹੇ ਵੀ ਬੇਅਦਬੀ ਦੇ ਇਹ ਜ਼ਿੰਮੇਵਾਰ ਹੈ ਵੀ ਜ਼ਿੰਮੇਵਾਰ, ਕੋਈ ਸ਼ੱਕ ਵਾਲੀ ਗੱਲ ਨਹੀਂ। ਉਹ ਬੜਾ ਮਹਿੰਗਾ ਵੀ ਪੈ ਗਿਆ। ਉਸ ਬੈਕਗ੍ਰਾਉਂਡ ਵਾਲਾ ਬੰਦਾ ਉਸ ਇਨਸਾਫ ਮੋਰਚਾ ਦਾ ਕਿੱਥੇ ਗਿਆ? ਉਹ ਬੈਕਗ੍ਰਾਉਂਡ ਵਾਲੇ ਬੰਦੇ ਨੇ ਅਕਾਲ ਤਖਤ ਦਾ ਜਥੇਦਾਰ ਦੇ ਤੌਰ ਤੇ ਫਿਰ ਇਸ ਨੂੰ ਕਰਦਾ, ਭਗਵੰਤ ਮਾਨ ਨੂੰ ਤਲਬ ਕਰਦਾ, ਪੰਥ ਚੋਂ ਕੱਢਦਾ। ਪਹਿਲਾਂ ਪੰਥ ਉਹਨੂੰ ਕਿੰਨਾ ਕੁ ਰਿਕੋਗਨਾਈਜ਼ ਕਰਦਾ? ਦੇਖੋ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਿੱਖ ਧਰਮ ਦੇ ਵਿੱਚ ਐਥਿਕਸ ਉੱਤੇ, ਮੋਰੈਲਿਟੀ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਮੋਰੈਲਿਟੀ ਤੇ ਜ਼ੋਰ ਦਿੱਤਾ ਜਾਂਦਾ, ਅਮਲਾਂ ਤੇ ਜ਼ੋਰ ਦਿੱਤਾ ਜਾਂਦਾ, ਸਾਡੇ ਟਰੁਥਫੁਲ ਲਿਵਿੰਗ ਤੇ ਜ਼ੋਰ ਦਿੱਤਾ ਜਾਂਦਾ। ਤੁਸੀਂ ਐਵੇਂ ਡਰਾਮਾਬਾਜ਼ੀ ਕਰਕੇ, ਨਾਟਕਬਾਜ਼ੀ ਕਰਕੇ ਇਹ ਕਰਦੇ ਰਹੋ, ਵੱਡੇ ਵੱਡੇ ਸਾਰਾ ਸਿੱਖ ਵੇਸ਼ਭੂਸ਼ਾ ਵਿੱਚ ਇਹ ਲੋਕ ਸਾਰੇ ਸਮਝਦੇ ਆ ਚੱਲਦਾ ਨਹੀਂ ਸਾਰਾ ਕੁਝ ਇਹ। ਤੇ ਇਸ ਕਰਕੇ ਇਸ ਤਰੀਕੇ ਨਾਲ ਇਹਨਾਂ ਨੇ ਚਲਾਇਆ। ਤੇ ਉਹ ਬੰਦੇ ਦਾ ਜਦੋਂ ਆਪਣਾ ਕੋਈ ਹੈ ਨਹੀਂ, ਉਹ ਕਿਉਂ ਕੱਢਿਆ? ਪਹਿਲੀ ਗੱਲ ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਅਕਾਲ ਤਖਤ ਦੀ ਜਿਹੜੀ ਮਾਨ ਮਰਿਆਦਾ ਲੋਕਾਂ 'ਚ ਹੈ, ਉਹਦੀ ਵੀ ਖਿੱਲੀ ਉਡਾਉਣ ਵਾਲੀ ਗੱਲ ਹੈ, ਉਹਨੂੰ ਛੋਟਾ ਕਰਨ ਵਾਲੀ ਗੱਲਬਾਤ ਹੈ। ਕਿਉਂ ਇਹ ਕੀਤਾ? ਸਾਰਾ ਕੁਝ ਕਰਨਾ ਨਹੀਂ ਚਾਹੀਦਾ ਸੀ ਉਹਨੂੰ। ਉਹਦੀ ਕੀ ਬਣਦੀ ਹੈ? ਬਾਕੀ ਫਿਰ ਜਾਣਬੁੱਝ ਕੇ ਹੁਣ ਬੜੀ ਸਾਜ਼ਿਸ਼ੀ ਚੁੱਪ ਹੈ ਜਿਹੜੀ ਉਹ ਹੋਣ ਵਾਲੇ ਅਕਾਲ ਤਖਤ ਦਾ ਜਥੇਦਾਰ ਰਘਬੀਰ ਸਿੰਘ ਦੀ ਹੈ। ਉਹਦੀ ਵੀ ਸਾਜ਼ਿਸ਼ੀ ਚੁੱਪ ਹੈ। ਇਹਦੇ ਤੇ ਦੱਸੇ ਵੀ ਭਾਈ ਮੈਂ, ਕਿਉਂਕਿ ਉਹ ਵੀ ਉਹਦਾ ਕਿਰਦਾਰ ਵੀ ਐਵੇਂ ਆ, ਉਹਨੂੰ ਵੀ ਚੱਕ ਕੇ ਕਿਸੇ ਪਰਪਸ ਲਈ ਚੱਕ ਕੇ, ਜਦੋਂ ਆ ਪੀਟੀਸੀ ਦੇ ਰੌਲੇ ਦੇ ਵਿੱਚ ਪਹਿਲੇ ਜਥੇਦਾਰ ਨੂੰ ਲਾ ਕੇ ਉਹਨੂੰ ਬਣਾ ਦਿੱਤਾ ਗਿਆ। ਉਹਦੀ ਬੈਕਗ੍ਰਾਉਂਡ ਵੀ ਸ਼ੱਕੀ ਹੈ, ਉਹਦਾ ਬੈਕਗ੍ਰਾਉਂਡ ਵੀ ਸਾਰਾ ਕੁਝ ਇਸੇ ਤਰੀਕੇ ਨਾਲ ਹੀ ਹੈ। ਅਕਾਲ ਤਖਤ ਦੇ ਜਥੇਦਾਰ ਕਿਵੇਂ ਬਣਿਆ, ਕਿਵੇਂ ਬਣਾਇਆ ਗਿਆ? ਇਸ ਕਰਕੇ ਮੇਰਾ ਲੱਭੋ ਲਵਾਬ ਇਹ ਗੱਲ ਦਾ ਵੀ ਬਹੁਤ ਜ਼ਿਆਦੇ ਮਤਲਬ ਕਿ ਵੀ ਤਿਲਕਣਬਾਜ਼ੀ ਵਾਲੀ ਪੋਜੀਸ਼ਨ 'ਚ ਸਾਰੇ ਸਾਡੇ ਇੰਸਟੀਚਿਊਸ਼ਨ ਪਹੁੰਚੇ ਹੋਏ ਆ। ਬੜੀ ਸ਼ੇਕੀ ਪੋਜੀਸ਼ਨ ਹੈ, ਕੋਈ ਸੋਲਿਡ ਪੋਜੀਸ਼ਨ ਨਹੀਂ ਇਹਨਾਂ ਦੀ। ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦੀਆਂ ਵੀ ਪੋਜੀਸ਼ਨਾਂ ਨੂੰ ਡਾਊਨ ਕੀਤਾ। ਇਹਨਾਂ ਨੇ ਸਾਰੀਆਂ ਜਿਹੜੀਆਂ ਕਮੇਟੀਆਂ ਤੁਲਾ ਕੇ, ਨਹੀਂ ਤਾਂ ਸਮਝ ਆਉਣੀ ਚਾਹੀਦੀ ਸੀ ਵੀ ਸ਼੍ਰੋਮਣੀ ਕਮੇਟੀ ਤੋਂ ਹਰਿਆਣਾ ਕਮੇਟੀ ਕਦੇ ਅੱਡ ਨਾ ਹੁੰਦੀ। ਜੇ ਉਹਨਾਂ ਨੂੰ ਤੁਸੀਂ ਉਹ ਹਰਿਆਣੇ ਦੇ ਗੁਰਦੁਆਰਾ 'ਚ ਉਨੀ ਉਹਨਾਂ ਦੀ ਥਾਂ ਦੇ ਦਿੰਦੇ ਉੱਥੋਂ ਦੇ ਲੋਕਾਂ ਨੂੰ, ਤੁਸੀਂ ਨਹੀਂ ਦਿੱਤੀ, ਕਿਉਂਕਿ ਇੱਥੇ ਬਾਦਲ ਪਰਿਵਾਰ ਦਾ ਕਬਜ਼ਾ ਐਸਜੀਪੀਸੀ ਤੇ ਆਪਣਾ ਰੱਖਣਾ ਚਾਹੁੰਦੇ ਸੀ। ਫਿਰ ਇਸ ਗੱਲ ਦੀ ਸਰਕਾਰੀ ਦਖਲਅੰਦਾਜ਼ੀ ਨਹੀਂ ਅਸੀਂ ਝੱਲਾਂਗੇ। ਧਿਆਨ ਸਿੰਘ ਮੰਡ ਕਹਿੰਦਾ ਵੀ ਇਹ ਭਗਵੰਤ ਮਾਨ ਹੁਣ ਸਰਕਾਰੀ ਦਖਲਅੰਦਾਜ਼ੀ, ਵੀ ਭਲੇ ਮਾਨਸੋ ਤੁਹਾਡਾ ਜਿਹੜਾ ਐਕਟ ਬਣਿਆ ਇਹ ਸਰਕਾਰੀ ਤਾਂ ਹੈ 1925 ਦਾ ਗੁਰਦੁਆਰਾ ਐਕਟ, ਉਦੋਂ ਤੁਸੀਂ ਕਿਵੇਂ ਮੰਨ ਲਿਆ? ਜੀ ਨਾ, ਉਹ ਹੁਣ ਵੀ ਤਾਂ ਸਾਰਾ ਕੁਝ ਸਰਕਾਰੀ ਐਕਟ ਹੀ ਹੈ ਜਿਹੜਾ ਹਰਿਆਣਾ ਗੁਰਦੁਆਰਾ ਕਮੇਟੀ ਬਣੀ, ਹਰਿਆਣੇ ਉਹ ਵਾਲਾ ਤਾਂ ਵੀ ਸਰਕਾਰ। ਸਰਕਾਰੀ ਐਕਟ ਹੈ, ਦਿੱਲੀ ਵਾਲਾ ਵੀ ਸਰਕਾਰੀ ਐਕਟ ਹੈ, ਤੇ ਉਧਰ ਪਟਨਾ ਸਾਹਿਬ ਤੇ ਹਜੂਰ ਸਾਹਿਬ ਹਜ਼ੂਰ ਦੇ ਸਾਹਿਬ, ਦੋਨਾਂ ਦੇ ਜਥੇਦਾਰ ਵੀ ਸਰਕਾਰੀ ਐਕਟ ਹੀ ਹੈ। ਇਹ ਸਾਰੇ ਇਹ ਸਰਕਾਰੀ ਐਕਟ ਤੁਸੀਂ ਥਾਂ ਥਾਂ ਮੰਨੀ ਜਾਂਦੇ ਹੋ। ਇੱਥੇ ਲੋੜ ਪੈਣ ਤੇ ਇਹ ਕੰਪੀਟੀਟਿਵ ਰਿਲੀਜੀਓਸਿਟੀ ਹੈ ਜਿਹੜੀ ਕਿ ਨਾ ਧਾਰਮਿਕ ਲੈਵਲ ਉੱਤੇ ਅਸੀਂ ਮੁਕਾਬਲੇ ਵਿੱਚ ਕਰਕੇ ਦਿਖਾਉਣੇ ਆ, ਇਹਦਾ ਕੋਈ ਮੀਨਿੰਗ ਨਹੀਂ ਹੈ। ਸਵਾਲ ਹੈ ਵੀ ਤੁਸੀਂ ਅਮਲਾਂ 'ਚ ਕੀ ਕਰਦੇ ਹੋ, ਤੁਹਾਡੇ ਅਮਲ ਕੀ ਹੈ? ਸਾਡੇ ਤਾਂ ਸਵਾਲ ਹੈ ਵੀ ਸਾਡੇ ਆਗੂ ਆ ਧਾਰਮਿਕ ਲੈਵਲ ਤੇ ਜਿਹੜੇ ਅੱਗੇ ਲੱਗੇ ਆ, ਕਲੇਮ ਕਰਦੇ ਆ, ਉਹਨਾਂ ਦਾ ਆਪਣਾ ਅਮਲ ਹੈ ਜਿਹੜਾ ਹੈ ਉਹ ਲੋਕਾਂ ਦੇ ਸਾਰਾ ਸਮਝ 'ਚ ਹੈ, ਲੋਕਾਂ ਦੇ ਲੋਕ ਪਛਾਣਦੇ ਆ, ਉਹਨੂੰ ਸਮਝਦੇ ਆ ਸਾਰਾ ਕੁਝ। ਇਸ ਕਰਕੇ ਅਮਲ ਨਾ ਹੋਣ ਕਰਕੇ ਪਿੱਛੇ ਨਹੀਂ ਲੱਗਦੇ ਇਹਨਾਂ ਦੇ ਕਿਸੇ ਦੇ ਵੀ। ਤੇ ਇਹ ਸਮਝਦੇ ਆਪਣੇ ਆਪ ਨੂੰ, ਇਹ ਜਿਹੜੀਆਂ ਇਸ ਕਿਸਮ ਦੀਆਂ ਹਲਕੀਆਂ ਫੁਲਕੀਆਂ ਜਿਹੀਆਂ ਚਾਲਾਂ ਹੈ ਨਾ, ਇਹ ਜੋ ਵੀ ਸਿੱਖਾਂ ਦਾ ਧਾਰਮਿਕ ਲੈਵਲ ਤੇ ਨੁਕਸਾਨ ਕਰ ਸਕਦੇ ਉਹ ਕਰਦੇ ਆ। ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਹੁਣ ਇਹਦੇ ਪਿੱਛੇ ਕੌਣ ਹੈ, ਕਿਹਨੇ ਕਰਵਾਤਾ। ਧਿਆਨ ਸਿੰਘ ਮੰਡ ਤੋਂ ਇਹ ਜੋ ਹੋਰ ਵੀ ਜ਼ਿਆਦਾ ਇਹ ਸਾਰੀ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਆ ਵੀ ਇਹਨੂੰ ਕੀ ਲੋੜ ਪਈ ਸਾਡੇ ਲਈ ਆ ਕੇ ਬਾਹਰ ਨਹੀਂ, ਆ ਗਿਆ। ਪਰ ਇੱਕ ਗੱਲ ਦਾ ਸਿਰਫ ਸਵਾਲ ਉੱਠਦਾ ਹੀ ਹੈ ਨਾ ਬਾਰ-ਬਾਰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 2011 ਦੀ ਚੁਣੀ ਹੋਈ ਆ, ਉਹ ਆਪ ਇਸ ਗੱਲ ਦੀ ਮੰਗ ਨਹੀਂ ਕਰ ਰਹੀ ਕਿ ਸਾਡੀਆਂ ਜਿਹੜੀਆਂ ਚੋਣਾਂ ਕਰਵਾਈਆਂ ਜਾਣ। ਨਾ ਸ਼੍ਰੋਮਣੀ ਅਕਾਲੀ ਦਲ ਮੰਗ ਕਰ ਰਿਹਾ, ਸਗੋਂ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈ, ਉਹਨੇ ਜਿਹੜੀ ਹੈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ, ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀਗੇ, ਉਹ ਇਸ ਗੱਲ ਦੀ ਮੰਗ ਕਰਦੇ ਰਹੇ ਆ ਕਿ ਜਿਹੜੀਆਂ ਚੋਣਾਂ ਕਰਵਾਈਆਂ ਜਾਣ, ਤਾਂ ਜੋ ਜਿਹੜਾ ਨਵਾਂ ਫਤਵਾ ਲੈ ਕੇ ਨਵੀਂ ਲੀਡਰਸ਼ਿਪ ਆਵੇ, ਤਾਂ ਜੋ ਉਹਦੇ ਵਿੱਚ ਜਿਸ ਤਰ੍ਹਾਂ ਦੀ ਸੁਧਾਰਾਂ ਦੀ ਗੱਲ ਆਉਂਦੀ ਹੈ, ਦੂਸਰੀ ਗੱਲ ਆਉਂਦੀ ਹੈ ਕਿ ਉਸ ਨੂੰ ਅੱਗੇ ਵਧਾਇਆ ਜਾ ਸਕੇ।
ਬਿਲਕੁਲ ਠੀਕ ਹੈ ਜੀ, ਸਾਰੀ ਗੱਲ ਇਹਨਾਂ ਨੇ ਸਾਰਾ ਕੁਝ ਕੀਤਾ। ਸਵਾਲ ਤਾਂ ਇਹ ਹੈ ਵੀ ਇੱਕ ਪੀਟੀਸੀ ਚੈਨਲ ਦਾ ਕੰਟਰੋਲ ਛੱਡਣ ਦੀ ਮੋਨੋਪੋਲੀ ਟੁੱਟ ਨਾ ਜਾਵੇ। ਬਾਦਲ ਪਰਿਵਾਰ ਦਾ ਪੀਟੀਸੀ ਚੈਨਲ ਹੈ, ਉਹਦੇ ਕਰਕੇ ਉਹਨਾਂ ਨੇ ਅਕਾਲ ਤਖਤ ਦਾ ਜਥੇਦਾਰ ਬਦਲਤਾ। ਉਹ ਵੀ ਆਪਣੀ ਮੋਰਲ ਅਥਾਰਟੀ ਗਵਾ ਬੈਠੇ ਆ। ਸਵਾਲ ਹੈ ਵੀ ਸਾਡੀ ਐਸਜੀਪੀਸੀ ਦੀ ਮੋਰਲ ਅਥਾਰਟੀ ਨਹੀਂ, ਸਾਡੇ ਅਕਾਲ ਤਖਤ ਦੇ ਉੱਤੇ ਬੈਠੇ ਹੋਏ ਜਥੇਦਾਰਾਂ ਦੀ ਮੋਰਲ ਅਥਾਰਟੀ ਨਹੀਂ ਹੈ। ਮੋਰਲ ਅਥਾਰਟੀ ਵਾਲਾ ਸਿੱਖ ਸੰਸਾਰ ਦੇ ਵਿੱਚ ਹੈ ਕਿਹੜਾ ਧਾਰਮਿਕ ਬੰਦਾ ਵੀ ਆਹ ਬੰਦੇ ਤੇ ਤੁਸੀਂ ਉਂਗਲ ਨਹੀਂ ਉਠਾ ਸਕਦੇ, ਤੇ ਉਹ ਬੰਦਾ ਬੋਲੇ, ਬਿਆਨ ਦੇਵੇ, ਜਾਂ 2 ਬੰਦੇ 4 ਬੰਦੇ ਹੈਗੇ ਆ, ਉਹ ਵਿਚਾਰੇ ਆਪਣੀ ਥਾਂ ਤੇ ਬੈਠੇ ਆ, ਉਹਨਾਂ ਦੀ ਇਸ ਕਿਸਮ ਦੀ ਰਿਕੋਗਨੀਸ਼ਨ ਹੈ ਨਹੀਂ। ਧਾਰਮਿਕ ਤੇ ਚੰਗੇ ਬੰਦੇ ਬਹੁਤ ਆ ਸਿੱਖਾਂ 'ਚ, ਪਰ ਉਹ ਆਪਣੀ ਤੁਹਾਡਾ ਕਹਿਣ ਦਾ ਇਹ ਹੈ ਕਿ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕਦਰਾਂ ਅਤੇ ਕੀਮਤਾਂ ਦੇ ਆਧਾਰ ਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਕੋਈ ਏਡੀ ਸਟਰੋਂਗ ਲੀਡਰਸ਼ਿਪ ਨਹੀਂ ਹੈ ਸਿੱਖ ਭਾਈਚਾਰੇ 'ਚ ਇਸ ਵੇਲੇ ਜਿਹੜੀ ਅਗਵਾਈ ਦੇ ਕੇ ਇਹਨੂੰ ਇਸ ਸੰਕਟ 'ਚੋਂ ਕੱਢ ਸਕੇ। ਦੇਖੋ, ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ, ਤੁਸੀਂ ਦੇਖੋ ਵੀ ਈਵਨ ਇਸਲਾਮ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਸਕੂਲ ਆਫ ਇੰਟਰਪ੍ਰੀਟੇਸ਼ਨ ਆ, ਉਹਨਾਂ ਦਾ ਕਾਫੀ ਜਿਹੜਾ ਧਾਰਮਿਕ ਲੈਵਲ ਦੇ ਨਵੇਂ ਸਕੂਲ ਆ, ਉਹਨਾਂ ਦਾ ਕਾਫੀ ਅਸਰ ਹੈ ਧਾਰਮਿਕ ਲੈਵਲ ਤੇ। ਇੱਥੇ ਦੱਸੋ ਕਿਹਦਾ ਅਸਰ ਹੈ? ਡੇਰੇਦਾਰੀਆਂ ਆ ਗਈਆਂ, ਡੇਰੇਦਾਰ ਦੇ ਆਪ ਦਾ ਕੰਮ ਕਰੀ ਜਾਂਦੀਆਂ, ਤੇ ਕੋਈ ਵੀ ਸਾਂਝੀ ਦਰਮਿਆਨੀ ਕਿਸੇ ਵੀ ਕਿਸਮ ਦੀ ਕੋਈ ਇਸ ਕਿਸਮ ਦੀ ਧਾਰਮਿਕ ਕੋਈ ਅਗਵਾਈ ਦੇਣ ਵਾਲੇ 4 ਬੰਦੇ ਨਹੀਂ ਦਿਖਦੇ ਜਿਨ੍ਹਾਂ ਦਾ ਕਿਹਾ ਤੁਸੀਂ ਮੰਨ ਸਕੋ ਵੀ ਇਹ ਧਾਰਮਿਕ ਬੰਦਾ ਜੀ, ਇਹਦੇ ਤੁਸੀਂ ਉਂਗਲ ਨਹੀਂ ਉਠਾ ਸਕਦੇ, ਕਹੇ ਦਾ ਕੋਈ ਮੀਨਿੰਗ ਹੈ। ਇਹ ਤੁਹਾਨੂੰ ਬੰਦਾ ਦਿਖਦਾ ਹੀ ਨਹੀਂ ਸਿੱਖਾਂ 'ਚ ਕੋਈ ਇਸ ਕਿਸਮ, ਜਾਂ ਰਹਿਣ ਨਹੀਂ ਦਿੱਤਾ ਜਾਂਦਾ ਜਾਂ ਹੋਣ ਨਹੀਂ ਦਿੱਤਾ ਜਾਂਦਾ। ਕੁਛ ਤਾਂ ਸਾਡੇ ਮੌਕਾ ਪ੍ਰਸਤ ਸਿੱਖ ਹੈ, ਲੀਡਰਸ਼ਿਪ ਸਿੱਖਾਂ 'ਚ ਧਾਰਮਿਕ ਲੈਵਲ ਦੀ ਤੇ ਪੋਲੀਟੀਕਲ ਲੈਵਲ ਦੀ, ਉਹ ਇਹੋ ਜਿਹੇ ਬੰਦੇ ਸਾਹਮਣੇ ਨਹੀਂ ਆਉਣ ਦਿੰਦੀ। ਤੇ ਜਾਂ ਅਸੀਂ ਸਰਕਾਰਾਂ ਵੀ ਸਾਰਾ ਕੁਝ ਕਰਦੀਆਂ, ਸਾਰਾ ਕੁਝ ਰਲਿਆ ਮਿਲਿਆ ਹੈ। ਇਸ ਕਰਕੇ ਸਭ ਤੋਂ ਜ਼ਿਆਦਾ ਮਾੜੀ ਤੇ ਪਤਲੀ ਹਾਲਤ ਹੈ ਜਿਹੜੀ, ਉਹ ਸਿੱਖ ਧਾਰਮਿਕ ਅਦਾਰਿਆਂ ਦੀ ਹੈ ਹੁਣ, ਤੇ ਸਿੱਖਾਂ ਦੀ ਪੋਲੀਟੀਕਲ ਲੈਵਲ ਤੇ ਵੀ ਉਹੀ ਹਾਲਤ ਹੈ। ਤੁਸੀਂ ਇਹ ਦੇਖੋ ਵੀ ਇੱਕ ਚੀਜ਼ ਫੜ ਲਈ ਆ ਤੁਹਾਡੇ ਨਹੀਂ, ਸਿੱਖਾਂ 'ਚ ਆਮ ਤੌਰ ਤੇ ਇਹ ਗੱਲ ਮੰਨੀ ਜਾਂਦੀ ਸੀਗੀ, ਔਰ ਬਕਾਇਦਾ ਜਿਹੜੇ ਅਕਾਲੀ ਆਗੂ ਸੀ ਜਾਂ ਧਾਰਮਿਕ ਆਗੂ ਸੀ, ਸ਼੍ਰੋਮਣੀ ਕਮੇਟੀ ਦੇ ਪੁਰਾਣੇ ਆਗੂ ਸੀਗੇ, ਪ੍ਰਧਾਨ ਸੀਗੇ, ਉਹ ਇਹ ਗੱਲ ਕਹਿੰਦੇ ਸੀ ਕਿ ਅਸੀਂ ਧਰਮ ਤੋਂ ਸੇਧ ਲੈਨੇ ਆ, ਤੇ ਧਰਮ ਤੋਂ ਸੇਧ ਲੈ ਕੇ ਤਾਂ ਹੀ ਅਸੀਂ ਪੰਥ ਦੀ ਜਿਹੜੀ ਹੈ ਸਿਆਸਤ ਕਰਦੇ ਹਾਂ। ਪਰ ਹੁਣ ਉਹ ਗੱਲ ਕਿਤੇ ਇਸ ਤਰ੍ਹਾਂ ਦੀ ਨਜ਼ਰ ਨਹੀਂ ਆਉਂਦੀ। ਨਹੀਂ, ਧਰਮ ਨੂੰ ਇਹ ਵਰਤਦੇ ਆ ਜੀ, ਸੇਧ ਨਹੀਂ ਲੈਂਦੇ ਧਰਮ ਤੋਂ ਸੇਧ ਨਹੀਂ। ਧਰਮ ਦੀ ਸੇਧ ਤਾਂ ਅਖਲਾਕੀ ਹੈ, ਐਥੀਕਲ ਹੈ, ਮੋਰਲ ਹੈ। ਉਹਦੇ ਲਈ ਤਾਂ ਬੰਦਾ ਦਾ ਆਚਾਰ ਜਿਹੜਾ, ਉਹਦਾ ਰਹਿਣ ਸਹਿਣ ਆ, ਉਹਦਾ ਕਾਰੋਬਾਰ ਆ, ਉਹਦਾ ਜਿਹੜਾ ਜ਼ਿੰਦਗੀ ਦਾ ਅਮਲ ਹੈ, ਉਹ ਧਾਰਮਿਕ ਹੋਣਾ ਚਾਹੀਦਾ। ਤੇ ਇਹ ਇਹੋ ਜਿਹੀ ਠੱਗੀ ਠੋਰੀ ਕਰਦੇ ਆ ਜਿਹੜੇ ਸਿਆਸੀ ਲੈਵਲ ਤੇ ਵਰਤਦੇ ਆ, ਸਾਰੇ ਉਹੀ ਮੂਹਰੇ ਆ। ਇਸ ਕਰਕੇ ਇਹ ਹੈ ਨਹੀਂ। ਤੁਸੀਂ ਉਹ ਦੇਖੋ ਵੀ ਇੱਕ ਸਾਡੇ ਸਿੱਖਾਂ ਦੇ ਗੱਲ ਵਿੱਚ ਛੋਟੀਆਂ ਛੋਟੀਆਂ ਗੱਲਾਂ ਪਾ ਛੱਡੀਆਂ, ਉਹ ਨਹੀਂ ਲੈਂਦੀਆਂ। ਸਾਡੇ ਐਸਜੀਪੀਸੀ ਉੱਤੇ ਅਕਾਲੀ ਦਲ ਦਾ ਕਬਜ਼ਾ, ਉਹ ਨਹੀਂ ਲੈ ਰਿਹਾ ਲੋਕਾਂ ਤੋਂ। ਉਸ ਕਿਸਮ ਦਾ ਹੁਣ ਇੱਕ ਪਰਿਵਾਰ ਦਾ ਹੀ ਹੋ ਗਿਆ। ਤੇ ਇੱਕ ਸਿੱਖਾਂ ਦੇ ਹੱਥ ਦੇ ਵਿੱਚ ਉਹ ਕਹਿਤਾ ਵੀ ਤੁਸੀਂ ਇੱਕ, ਜਿਵੇਂ ਪਾਕਿਸਤਾਨ ਬਣਿਆ ਸੀਗਾ 1947 ਵਿੱਚ, ਐਵੇਂ ਹੀ ਇੱਕ ਵੱਖਰੀ ਨੇਸ਼ਨ ਬਣਨਾ, ਵੱਖਰਾ ਇੱਕ ਕੌਮ ਖੜੀ ਕਰਨੀ ਆ, ਸਿਆਸੀ ਲੈਵਲ ਦਾ ਇੱਕ ਵੱਖਰਾ ਤੁਹਾਨੂੰ ਵੀ ਕੋਈ ਖਿੱਤਾ ਚਾਹੀਦਾ। ਉਹ ਗੱਲ ਦਾ ਤੁਸੀਂ ਨਾ ਸਿੱਖ ਹੋਮਲੈਂਡ ਲੈ ਦਿਓ, ਸਿੱਖ ਖਾਲਿਸਤਾਨ ਲੈ ਦਿਓ, ਕੁਛ ਲੈ ਦਿਓ, ਉਹ ਵੀ ਸਾਰਾ ਨਾ ਕੋਈ ਪਾਰਟੀ ਹੈ, ਪਰ ਉਹ ਗੱਲ ਇਹੋ ਜਿਹੀ ਤੁਹਾਡੇ ਦਿਮਾਗ 'ਚ ਫਸੀ ਹੈ। ਜਿਹੜਾ ਬੰਦਾ ਉਸ ਨਾਲ ਸਹਿਮਤ ਨਹੀਂ ਹੁੰਦਾ ਤੇ ਉਹਨੂੰ ਇਹ ਕਿਹਾ ਜਾਂਦਾ ਵੀ ਧਾਰਮਿਕ ਬੰਦਾ ਹੀ ਨਹੀਂ। ਇਹ ਤਾਂ ਸਿੱਖ ਵਿਰੋਧੀ ਹੈ, ਇਹ ਸਰਕਾਰੀ ਕੰਮ ਇਹ ਬੰਦੇ ਸਾਰੇ ਕਰ ਰਹੇ ਆ, ਖੁਦ ਜਿਹੜੇ ਬੈਠੇ ਆ ਉੱਤੇ ਕਬਜ਼ੇ ਕਰੀ ਬੈਠੇ ਆ। ਤੋ ਇਸ ਕਰਕੇ ਇਹ ਬਹੁਤ ਵੱਡਾ ਇਸ ਕਰਕੇ ਸਾਡੇ ਸਿੱਖਾਂ ਦੇ ਵਿੱਚ ਧਾਰਮਿਕ ਲੈਵਲ ਤੇ ਤਾਂ ਬਿਲਕੁਲ ਹੀ ਕੋਈ ਇਸ ਕਿਸਮ ਦੀ ਹੈ ਨਹੀਂ। ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸਾਡੀ ਜਿਹੜੀ ਸਿੱਖ ਮਰਜ਼ਾਦਾ ਹੈ, ਉਹ 13 ਸਾਲਾਂ ਦੇ ਵਿੱਚ ਬਣੀ। 1933 ਚ ਬੈਠੇ ਕੁਝ ਬੰਦੇ ਤੇ 46 ਦੇ ਵਿੱਚ ਜਿਹੜੇ ਖਾਸ ਮੌਜੂਦ ਬੰਦੇ ਸੀ, ਉਹਨਾਂ ਨੂੰ ਇਕੱਠੇ ਕਰਕੇ ਧਾਰਮਿਕ ਬੰਦਿਆਂ ਤੋਂ ਉਹਨਾਂ ਦੀਆਂ ਮੀਟਿੰਗਾਂ ਕਰਾ ਕੇ ਸਾਰਾ ਕੁਝ ਕਿਹੋ ਜਿਹੀ ਸੀ, ਚਲੋ ਤੁਸੀਂ ਉਹਦੇ 'ਚ ਫਰਕ ਪਾ ਸਕਦੇ ਹੋ, ਪਰ ਕੁਝ ਹੱਦ ਤੱਕ ਉਹ ਇੱਕ ਸਾਡੀ ਸਿੱਖ ਮਰਜ਼ਾਦਾ, ਧਾਰਮਿਕ ਮਰਜ਼ਾਦਾ ਬਣੀ ਹੋਈ ਹੈ, ਉਹ ਤਾਂ ਕਿਤੇ ਲਾਗੂ ਨਹੀਂ ਹੁੰਦੀ, ਕਿਤੇ ਵੀ ਲਾਗੂ ਨਹੀਂ ਹੋ ਰਹੀ। ਉਹ ਤਾਂ ਐਸਜੀਪੀਸੀ ਦੇ ਖੁਦ ਬੰਦੇ ਹੀ ਕਹਿ ਰਹੇ ਆ, ਜਿਵੇਂ ਅਮਰਜੀਤ ਚਾਵਲਾ ਖੁਦ ਹੀ ਕਹਿ ਰਿਹਾ ਵੀ ਉਹ ਤਾਂ ਜੀ ਇੱਕ ਡਰਾਫਟ ਸੀ, ਉਹ ਵੀ ਪਾਸ ਹੋਇਆ ਬਕਾਇਦਾ ਐਸਜੀਪੀਸੀ ਨੇ, ਤੇ ਉਹਦੀਆਂ ਕਾਪੀਆਂ ਛਪਵਾ ਕੇ ਐਸਜੀਪੀਸੀ ਬਣਦੀ ਹੈ, ਉਹ ਵੀ ਨਹੀਂ ਲਾਗੂ ਕਿਤੇ। ਉਹ ਲਾਗੂ ਹੋਵੇ ਤਾਂ ਫਿਰ ਤੁਹਾਡੇ ਨਾਲ ਆ ਜਿਹੜਾ ਸਾਰਾ ਬੀਜੇਪੀ ਆਰਐਸਐਸ ਤੁਹਾਡੇ ਚਲਾ ਰਹੀ ਹੈ ਇੰਸਟੀਟਿਊਸ਼ਨਾਂ ਨੂੰ, ਕਈਆਂ ਨੂੰ, ਤੇ ਉਹ ਨਾ ਚੱਲਣ। ਸਿੱਖ ਮਰਜ਼ਾਦਾ ਵੀ ਹੈ ਨਹੀਂ ਕੁਛ ਲਾਗੂ ਹੋ ਰਹੀ। ਇਸ ਕਰਕੇ ਸਭ ਤੋਂ ਹਾਸੋਹੀਣੀ ਹਾਲਤ ਵਿੱਚ ਹੈ ਆ ਜਿਹੜਾ ਐਕਟ ਹੈ। ਬੇਸ਼ੱਕ ਇਹ ਕਿਸੇ ਆਪਣੇ ਫਾਇਦੇ ਲਈ, ਪੋਲੀਟੀਕਲ ਲਈ ਭਗਵੰਤ ਮਾਨ ਨੇ ਕੀਤਾ, ਪਰ ਇਹ ਜਿਵੇਂ ਉਹਨੇ ਕੀਤਾ ਤੇ ਉਹੋ ਜਿਹਾ ਕੰਮ ਹੀ ਸਾਰਾ ਉਹਦੇ ਵਿਰੋਧੀ ਕਰ ਰਹੇ ਆ ਸਾਰੇ। ਉਹ ਤਾਂ ਪੀਟੀਸੀ ਲਾਉਣਾ, ਐਸਜੀਪੀਸੀ ਨੇ ਤਾਂ ਪੀਟੀਸੀ ਲਈ ਸਾਰਾ ਕੁਝ
ਕੁਰਬਾਨ ਕਰ ਰੱਖਿਆ ਤੇ ਬਾਕੀ ਆ ਇਹਦੇ ਵਿੱਚੋਂ ਜਿਹੜੇ ਕਹਿੰਦਾ ਵੀ ਮੈਨੂੰ ਕੋਈ ਪੁੱਛਿਆ ਹੀ ਨਹੀਂ, ਕਿਸੇ ਨੂੰ ਧਿਆਨ ਸਿੰਘ ਮੰਨ ਨੂੰ ਲੱਗਿਆ ਹੁਣ ਮੈਂ ਵੀ ਆਪਣਾ ਵਿੱਚ ਸਾਰਾ ਚਲਾ ਦਿਆਂ ਸਾਰੀ ਗੱਲ। ਤੇ ਇਹੋ ਜਿਹੀਆਂ ਜਿਹੜੀਆਂ ਸਾਰੀਆਂ ਗੱਲਾਂ ਦਾ ਮੀਨਿੰਗ ਨਹੀਂ ਕੋਈ ਬਣਦਾ ਤੇ ਇਹ ਸਿੱਖਾਂ ਲਈ ਹੋਰ ਖਾਸ ਦੁਬਿਧਾ ਦਾ ਕਾਰਨ ਬਣਦਾ ਤੇ ਸਿੱਖ ਮਹਿਸੂਸ ਕਰਦੇ ਉਹ ਵੀ ਅਸੀਂ ਆ ਕੀ ਸਾਡੇ ਆ ਲੀਡਰਸ਼ਿਪ ਆ ਸਾਡੀ। ਸਿੱਖਾਂ 'ਚ ਬਹੁਤ ਸਿਆਣੇ ਆ, ਬੜੇ ਲੋਕ ਆ, ਸਮਝਦਾਰ ਆ, ਸਾਰੇ ਕਮਿਟਮੈਂਟ ਵਾਲੇ ਆ, ਕੁਰਬਾਨੀ ਵਾਲੇ ਬਹੁਤ ਲੋਕ ਆ, ਪਰ ਖਾਸ ਕਿਸਮ ਦਾ ਇੱਕ ਮਾਹੌਲ ਤਿਆਰ ਕਰਤਾ ਜਿਹਦੇ ਵਿੱਚ ਉਹਨਾਂ ਵਿਚਾਰਿਆਂ ਦੀ ਜਿਹੜੇ ਚੰਗੇ ਬੰਦੇ ਉਹਨਾਂ ਦੀ ਚੱਲਦੀ ਨਹੀਂ। ਇਹੋ ਜਿਹੇ ਬੰਦੇ ਆ ਉਹ। ਜੀ ਜੀ ਹਾਂਜੀ ਜੀ ਜੀ ਹਾਂਜੀ ਤੁਸੀਂ ਕਰ ਲਓ ਹਾਂਜੀ ਗੱਲ ਪੂਰੀ। ਨਹੀਂ, ਇਹੋ ਜਿਹੇ ਬੰਦੇ ਜਿਹੜੇ ਅੱਗੇ ਆ ਕੇ ਆਪਣਾ ਮਜ਼ਾਕ ਉਡਾ ਰਹੇ ਆ ਇੰਸਟੀਟਿਊਸ਼ਨਾਂ ਦਾ, ਸਾਰੇ ਇੰਸਟੀਟਿਊਸ਼ਨਾਂ ਦਾ। ਉਲਟਾ ਇਹ ਹੋਇਆ ਵੀ ਸਾਡਾ ਅਸੀਂ ਇਸ ਯੁੱਗ ਦੇ ਵਿੱਚ, ਸਾਰੇ ਯੁੱਗ ਦੇ ਵਿੱਚ ਅਸੀਂ ਕਬਜ਼ਾ ਕਰਨਾ ਸੀ ਸਾਰਾ, ਸਾਡੇ ਕੋਲੇ ਚਾਹੀਦਾ ਸੀ ਇੱਕ ਸਾਡਾ ਸੈਂਟਰਲ ਸਾਡੀ ਅਥਾਰਟੀ ਧਾਰਮਿਕ ਚਾਹੀਦੀ ਸੀ ਵੱਖਰੀ, ਪੋਲੀਟੀਕਲ ਦੀ ਗੱਲ ਛੱਡੋ, ਚਲੋ ਧਾਰਮਿਕ ਲੈਵਲ ਤੇ ਚਾਹੀਦੀ ਸੀ, ਉਹ ਕੋਈ ਨਹੀਂ ਹੈ, ਸਭ ਕੁਝ ਦਰਮ ਬਰਮ ਹੋਇਆ ਪਿਆ। ਹਾਂਜੀ ਇਹ ਸਾਰੇ ਦੇ ਵਿੱਚ ਸਾਹਿਬ ਜਿਹੜੀ ਸਥਿਤੀ ਬਣੀ ਹੈ ਇਹਦੇ ਵਿੱਚ ਤੁਸੀਂ ਅਕਾਲੀ ਰਾਜਨੀਤੀ ਦਾ ਤੇ ਸ਼੍ਰੋਮਣੀ ਜਿਹੜੀਆਂ ਸੰਸਥਾਵਾਂ ਹੈਗੀਆਂ ਸਿੱਖਾਂ ਦੀਆਂ ਉਹਨਾਂ ਦਾ ਭਵਿੱਖ ਕੀ ਦੇਖਦੇ ਹੋ? ਇਹ ਸਾਰੀਆਂ ਇਹ ਦੇਖੋ ਇਹ ਜਿੰਨਾ ਚਿਰ ਇਹਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਨਹੀਂ ਆਉਂਦੀਆਂ, ਡਿਸਕਾਰਡ ਨਹੀਂ ਹੁੰਦੀਆਂ, ਤੋੜੀਆਂ ਨਹੀਂ ਜਾਂਦੀਆਂ, ਬੇਸਿਕ ਤਬਦੀਲੀਆਂ ਨਹੀਂ ਆਉਂਦੀਆਂ। ਹੁਣ ਜੋ ਐਸਜੀਪੀਸੀ ਦਾ ਲੈ ਲਓ, 1925 ਦਾ ਐਕਟ ਬਣਿਆ, 100 ਸਾਲ ਹੋ ਚੱਲਿਆ ਤਕਰੀਬਨ, ਇੱਕ ਵੀ ਬੇਸਿਕ ਤਬਦੀਲੀ ਨਹੀਂ ਹੋਈ। ਜਿਵੇਂ ਅੰਗਰੇਜ਼ ਬਣਾ ਕੇ ਗਏ ਸੀਗੇ ਵੀ ਇਲੈਕਸ਼ਨ ਸਰਕਾਰਾਂ ਨੇ ਕਰਾਉਣੀ ਹੈ, ਉੱਥੇ ਹੀ ਖੜੀ ਹੈ ਸਾਰੀ ਗੱਲਬਾਤ। ਜੁਡੀਸ਼ੀਅਲ ਕਮਿਸ਼ਨ ਦੀ ਅਪਾਇੰਟਮੈਂਟ ਉਹਨਾਂ ਨੇ ਕਰਨੀ ਹੈ ਤੇ ਇਲੈਕਸ਼ਨ ਦਾ ਕਮਿਸ਼ਨ, ਇਲੈਕਸ਼ਨ ਕਰਵਾਉਣ ਵਾਲਾ ਸੈਟਅਪ ਤੇ ਜਿਹੜਾ ਉਹ ਉਹਨਾਂ ਨੇ ਤਿਆਰ ਕਰਨਾ ਉਹ ਵੀ ਉੱਥੇ ਹੀ ਖੜਾ। ਕੋਈ ਚੀਜ਼ ਦੀ ਤਬਦੀਲੀ ਨਹੀਂ ਕਿਸੇ ਵੀ ਲੈਵਲ ਤੇ ਇਸ ਕਿਸਮ ਦੀ ਬੇਸਿਕ ਤਬਦੀਲੀ ਵੀ ਨਹੀਂ ਤੁਸੀਂ ਇੰਨੇ ਸਾਲਾਂ 'ਚ ਕੀਤੀ। ਇਸ ਕਰਕੇ ਸਾਰਾ ਕੁਝ ਇਹ ਲੱਗਦਾ ਇਹ ਆ ਵੀ ਇਹ ਸਟੈਂਡ ਸਟਿਲ ਹੋ ਚੁੱਕਾ। ਇਹ ਸਾਰਾ ਆਪਣਾ ਉਮਰ ਨਿਗਾਹ ਚੱਲਿਆ, ਇਹ ਆਪਣਾ ਮਰਨ ਦੇ ਕਿਨਾਰੇ ਆ, ਖਤਮ ਹੋ ਚੱਲਿਆ। ਕੋਈ ਨਾ ਕੋਈ ਚੀਜ਼ ਨਿਕਲੂਗੀ। ਵੈਸੇ ਇਹਦੇ ਵਿੱਚੋਂ ਦੇਖਣਾ ਹੁਣ ਸਾਰੇ ਬਹੁਤ ਲੋਕਾਂ ਨੂੰ ਸਮਝ ਆ ਗਈ ਹੈ, ਬੜੇ ਨਵੇਂ ਤਰੀਕੇ ਦਾ ਐਕਟ ਬਣੂ, ਬੇਸਿਕ ਤਬਦੀਲੀ ਹੋਊਗੀ ਸਾਰੀ। ਐਸਜੀਪੀਸੀ ਦੇ ਐਕਟ ਤੇ ਪੰਜਾਬ ਦਾ ਐਕਟ ਬਣੂਗਾ, ਸੈਂਟਰ ਦੇ ਹੱਥੋਂ ਕੱਢਿਆ ਜਾਊਗਾ, ਫਿਰ ਇਹ ਸਾਰੀਆਂ ਗੱਲਾਂ ਕਰਕੇ ਕੁਛ ਨਾ ਕੁਛ ਇਹਦੇ ਹੱਲ ਨਿਕਲੇਗਾ। ਐਤਕੀ ਨਿਕਲਿਆਗਾ ਕਾਫੀ ਹੱਦ ਤੱਕ। ਬਹੁਤ ਜ਼ਿਆਦਾ ਰੌਲਾ ਪਿਆ ਹੋਇਆ। ਪਹਿਲੀਆਂ ਗੱਲਾਂ ਤਾਂ ਪਤਾ ਹੀ ਨਹੀਂ ਸੀ ਲੱਗਦਾ ਜਦੋਂ ਐਸਜੀਪੀਸੀ ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਮੈਨੇਜ ਕਰ ਲੈਂਦਾ ਸੀ। ਉਹ ਦਿਨ ਹੁਣ ਲੰਘ ਗਏ। ਹੁਣ ਤੇ ਇਹਨੂੰ ਕਿਸੇ ਤਰੀਕੇ ਨਾਲ ਸਾਰਾ ਕੁਝ ਲੋਕਾਂ ਦੇ ਪਰੇ ਚ ਆ ਗਿਆ, ਲੋਕਾਂ ਤੇ ਆ ਗਿਆ ਸਾਰਾ ਤਰੀਕੇ ਨਾਲ। ਐਤਕੀ ਕੁਛ ਨਾ ਕੁਛ ਹੋਵੇਗਾ। ਇਹ ਨਹੀਂ ਹੋਏਗਾ ਵੀ ਆਹ ਗਰੁੱਪ ਲਾ ਦਿਓ ਤੇ ਦੂਜਾ ਗਰੁੱਪ ਆ ਜਾਓ, ਇਹ ਨਹੀਂ ਹੋਏਗਾ ਪੋਸੀਬਲ। ਇਸ ਕਰਕੇ ਬਾਕੀ ਜਿਹੜਾ ਸਾਡੇ ਚਾਹੀਦਾ ਇਹ ਹੈ, ਜਿਹੜੇ ਬੰਦੇ ਵੱਡੀਆਂ ਪੋਲੀਟੀਕਲ ਤਬਦੀਲੀਆਂ ਚਾਹੁੰਦੇ ਆ, ਸਿੱਖਾਂ ਲਈ ਇੱਕ ਵੱਖਰੇ ਖਿੱਤੇ ਦੀ ਗੱਲ ਕਰਦੇ ਆ, ਉਹ ਪਹਿਲਾਂ ਐਸਜੀਪੀਸੀ ਤੇ ਅਕਾਲ ਤਖਤ ਨੂੰ ਸੈਂਟਰ ਦੇ ਸਰਕਾਰਾਂ ਦੇ ਦਖਲ ਅੰਦਾਜ਼ੀ ਤੋਂ ਮੁਕਤ ਕਰਾਉਣ। ਇਹ ਉਹਨਾਂ ਦਾ ਫਰਜ਼ ਪਹਿਲਾਂ ਬਣਦਾ, ਕਿਉਂਕਿ ਸਾਰਾ ਸਿੱਖ ਧਰਮ ਦੀ ਸੇਧ ਲੈ ਕੇ ਹੀ ਇਸ ਸੇਧ ਦੇ ਵਿੱਚੋਂ ਹੀ ਸਿੱਖੀ ਦੀ ਜਿਹੜੀ ਪੋਲਿਟਿਕਸ ਆ ਉਹ ਨਿਕਲਦੀ ਹੈ। ਜੇ ਤੁਸੀਂ ਉਹ ਸਾਰਾ ਆਪਦੇ ਫੋਕਸ ਨੂੰ, ਆਪਦੀ ਸੈਂਟਰਲ ਅਥਾਰਟੀ ਨੂੰ ਖਤਮ ਕਰ ਲਓਗੇ, ਸਿੱਖ ਰਹਿਤ ਮਰਜ਼ਾਦਾ ਨੂੰ ਖਤਮ ਕਰ ਲਓਗੇ, ਫਿਰ ਤਾਂ ਤੁਹਾਡੇ ਟੁਕੜੇ ਹੋਣਗੇ ਤੇ ਡੇਰੇਦਾਰੀਆਂ ਆ ਜਾਣਗੀਆਂ। ਫਿਰ ਐਸਜੀਪੀਸੀ ਦਾ ਵੀ ਕੋਈ ਮੀਨਿੰਗ ਨਹੀਂ ਰਹਿਣਾ, ਵੱਖ-ਵੱਖ ਡੇਰੇਦਾਰੀਆਂ ਦੇ ਵਿੱਚ ਵੰਡੀ ਜਾਊਗੀ। ਹੁਣ ਵੀ ਬਾਦਲ ਅਕਾਲੀ ਦਲ ਨੇ ਵੰਡਤੀ ਸੀ, ਵੱਖ-ਵੱਖ ਡੇਰੇਦਾਰਾਂ ਕੋਲੇ ਹਜੇ ਵੀ। ਤੁਸੀਂ ਇਹ ਦੇਖੋ ਵੀ ਦਮਦਮੀ ਟਕਸਾਲ ਵੀ ਡੇਰਾ ਬਣਿਆ ਵਾ ਹੁਣ, ਉਹ ਡੇਰੇ ਕੋਲੇ ਵੀ ਬਹੁਤ ਕੁਝ ਚੱਲਦਾ, ਸਾਰਾ ਕੁਝ ਉਹਦਾ ਵੀ ਦਖਲਅੰਦਾਜ਼ੀ ਹੋ ਰਹੀ ਹੈ। ਉਹ ਬੰਦੇ ਵੀ ਅਕਾਲ ਤਖਤ ਤੇ ਮੰਜੀ ਸਾਹਿਬ ਤੋਂ ਆ ਕੇ ਕਥਾ ਕਰਦੇ ਆ, ਉਹਨਾਂ ਡੇਰੇਦਾਰ ਕਥਾ ਕਰ ਰਹੇ ਆ। ਇਸ ਕਰਕੇ ਸਾਰਾ ਕੁਝ ਡੇਰੇਦਾਰੀਆਂ ਦੇ ਵਿਰੋਧ ਵਿੱਚ ਹੀ ਐਸਜੀਪੀਸੀ ਖੜੀ ਹੋਈ ਸੀ। ਉਹ ਠੀਕ ਹੈ, ਉਹ ਹਿੰਦੂ ਡੇਰੇਦਾਰ ਸੀ, ਆਇਡੈਂਟੀਫਾਈ ਹੁੰਦੇ ਸੀ, ਪਛਾਣੇ ਜਾਂਦੇ ਸੀ, ਤੁਸੀਂ ਲਾਹ ਤੇ ਅੰਗਰੇਜ਼ਾਂ ਦੀ ਸਪੋਰਟ ਵਾਲੇ ਸੀਗੇ ਉਹਨਾਂ ਨੂੰ ਤੁਸੀਂ ਲਾਹ ਤੇ। ਹੁਣ ਆ ਜਿਹੜੇ ਸਿੱਖਾਂ ਦੇ ਵਿੱਚੋਂ ਨਵੇਂ ਡੇਰੇਦਾਰ ਬਣੇ ਆ, ਇਹਨਾਂ ਨੂੰ ਲਾ ਕੇ ਦੇਖੋ, ਐਸਜੀਪੀਸੀ ਦੇ ਰੂਪ ਚ ਬੈਠੇ ਆ, ਤੇ ਚਾਹੇ ਉਹ ਡੇਰੇ ਦੂਰੇ ਹੋਰ ਡੇਰੇਦਾਰੀਆਂ ਦੇ ਰੂਪ ਚ ਬੈਠੇ ਆ, ਉਹ ਕਬਜ਼ਾ ਕਰੀ ਬੈਠੇ ਆ। ਇਹ ਮੁੱਢ ਡੇਰੇਦਾਰੀਆਂ ਸਥਾਪਿਤ ਹੋ ਗਈਆਂ, ਇਹ ਸਾਰੀਆਂ ਲੈਣਗੀਆਂ ਤਾਂ ਜਾ ਕੇ ਕੋਈ ਡੈਮੋਕ੍ਰੈਟਿਕ ਸੈਟਅਪ ਬਣੂਗਾ ਜਿਹੜਾ ਕਿ ਸਿੱਖੀ ਦੇ ਅਨੁਕੂਲ ਹੈ, ਬਣਨਾ ਚਾਹੀਦਾ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਇਹ ਗੱਲ ਕੀਤੀ ਹੈ ਔਰ ਦੱਸੀ ਹੈ, ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਸਿੱਖ ਸੰਸਥਾਵਾਂ ਜਿਹੜੀਆਂ ਤਿਲਕਣਬਾਜ਼ੀ ਦੀ ਸਥਿਤੀ 'ਚ ਹੈ,
ਤੇ ਆਉਣ ਵਾਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਸਿੱਖ ਭਾਈਚਾਰੇ ਅੰਦਰ ਮੰਥਨ ਹੋ ਰਿਹਾ ਹੈ ਸਾਰੇ ਕੁਝ ਨੂੰ ਲੈ ਕੇ, ਤੇ ਜਿਸ ਤਰ੍ਹਾਂ ਲੋਕਾਂ ਦੀ ਚੇਤਨਾ ਆਈ ਹੈ, ਜਾਗਰੂਕਤਾ ਆਈ ਹੈ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ, ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਠੀਕ ਕਰਨ ਵਾਲੀ ਗੱਲ ਜਿਹੜੀ ਹੈ ਨਵੇਂ ਸਿਰੇ ਤੋਂ ਸਿੱਖ ਭਾਈਚਾਰੇ 'ਚ ਤੁਰੇਗੀ, ਤਾਂ ਨਵੀਆਂ ਸੰਸਥਾਵਾਂ ਦਾ ਵੀ ਨਵਾਂ ਰੂਪ ਤੇ ਨਵੀਆਂ ਜਿਹੜੀਆਂ ਤਬਦੀਲੀਆਂ ਉਹ ਸਾਨੂੰ ਦੇਖਣ ਨੂੰ ਮਿਲਣਗੀਆਂ। ਇੱਥੇ ਹੀ ਅਸੀਂ ਆਪਣੀ ਗੱਲਬਾਤ ਸਮਾਪਤ ਕਰਦੇ ਹਾਂ। ਜਿਹੜੇ ਦੋਸਤ ਸਾਡੀ ਇਸ ਗੱਲਬਾਤ ਨਾਲ, ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਕੋਈ ਇਹ ਸਾਰੇ ਪ੍ਰੋਗਰਾਮ ਦੇ ਬਾਰੇ ਕੋਈ ਟਿੱਪਣੀ ਹੋਵੇ, ਕੋਈ ਰਾਏ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦਾ ਜਿਹੜਾ ਕਮੈਂਟ ਬਾਕਸ ਆ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਜੰਡੂ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ।